ਹੈਲੋ ਸਟੂਡੈਂਟਸ, ਸੋਸ਼ੋਲੋਜੀ ਕਲਾਸਿਸ ਇਨ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਜਿਹੜਾ ਕਨਸੈਪਟ ਅਸੀਂ ਡਿਸਕਸ ਕਰਾਂਗੇ ਸਿਲੇਬਸ ਦੇ ਅਕੋਰਡਿੰਗਲੀ ਕਿਨਸ਼ਿਪ ਐਂਡ ਫੰਕਸ਼ਨਸ ਆਫ ਕਿਨਸ਼ਿਪ, ਸਾਕੇਦਾਰੀ ਤੇ ਸਾਕੇਦਾਰੀ ਦੇ ਫੰਕਸ਼ਨ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਹੈ ਛੋਟੀ ਜੀ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤਾਂ ਕਿ ਤੁਹਾਨੂੰ ਜਦੋਂ ਵੀ ਨਵਾਂ ਲੈਕਚਰ ਅਪਲੋਡ ਕੀਤਾ ਜਾਵੇ ਉਸ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਆਪਣੇ ਫਰੈਂਡਸ ਦੇ ਨਾਲ ਵੀ ਲੈਕਚਰ ਸ਼ੇਅਰ ਕਰਦੇ ਰਿਹਾ ਕਰੋ ਤਾਂ ਕਿ ਉਹਨਾਂ ਦੀ ਵੀ ਹੈਲਪ ਹੋ ਸਕੇ। ਜੇਕਰ ਕਿਸੇ ਕਨਸੈਪਟ 'ਤੇ ਤੁਸੀਂ ਲੈਕਚਰ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਮੈਂ ਤੁਹਾਨੂੰ ਉਸ ਟੌਪਿਕ 'ਤੇ ਲੈਕਚਰ ਜਿਹੜਾ ਹੈਗਾ ਲੈਕਚਰ ਪ੍ਰੋਵਾਈਡ ਕਰਵਾ ਦੇਵਾਂਗੀ। ਉਹ ਕਨਸੈਪਟ ਤੁਹਾਡਾ ਜਿਹੜਾ ਕਵਰ ਕਰਵਾ ਦੇਵਾਂਗੀ। ਅੱਜ ਅਸੀਂ ਜਿਹੜਾ ਕਨਸੈਪਟ ਡਿਸਕਸ ਕਰਨਾ ਹੈ ਮੀਨਿੰਗ ਆਫ ਕਿਨਸ਼ਿਪ, ਟਾਈਪਸ ਆਫ ਕਿਨਸ਼ਿਪ, classification of kinship, functions of kinship। kinship ਕੀ ਹੈ? ਸਾਕੇਦਾਰੀ ਵਿਵਸਥਾ, kinship system, ਸਾਕੇਦਾਰੀ ਵਿਵਸਥਾ। ਜਦੋਂ ਅਸੀਂ ਇੰਡੀਅਨ ਸੁਸਾਇਟੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸਾਡੀ ਜਿਹੜੀ ਸੁਸਾਇਟੀ ਹੈਗੀ ਹੈ ਸੋਸ਼ਲ ਰਿਲੇਸ਼ਨਸ ਦੀ ਬੇਸਿਸ 'ਤੇ ਜਿਹੜੀ ਹੈਗੀ ਗਰੋ ਕੀਤੀ ਹੈ, ਡਿਵੈਲਪ ਹੋਈ ਹੈ। ਸਾਡੇ ਜਿਹੜਾ ਹੈਗਾ ਇੰਡੀਆ ਦੇ ਵਿੱਚ, ਇੰਡੀਅਨ ਸੁਸਾਇਟੀ ਦੇ ਵਿੱਚ ਇਹ ਜਿਹੜਾ ਹੈਗਾ ਰਿਲੇਸ਼ਨ, ਕਲੋਜ਼ ਰਿਲੇਸ਼ਨਸ ਦੇਖਣ ਨੂੰ ਮਿਲਦੇ ਨੇ। ਡਿਫਰੈਂਟ ਜਿਹੜੇ ਗਰੁੱਪ ਸਾਨੂੰ ਸੁਸਾਇਟੀ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ। ਡਿਫਰੈਂਟ ਜਿਹੜੇ ਗਰੁੱਪ ਹੈਗੇ ਨੇ ਹਰ ਸੁਸਾਇਟੀ ਦੇ ਵਿੱਚ ਅਸੀਂ ਦੇਖ ਸਕਦੇ ਹਾਂ। ਕਿਨਸ਼ਿਪ ਜਿਹੜੀ ਹੈਗੀ ਆ ਇੱਕ ਕਾਫੀ ਜਿਹੜਾ ਹੈਗਾ ਏਸ਼ੀਅਨ ਟਾਈਮ ਤੋਂ ਚੱਲਦਾ ਆ ਰਿਹਾ ਕਨਸੈਪਟ ਹੈ। ਇਸੇ ਕਰਕੇ ਬਹੁਤ ਸਾਰੇ ਸੋਸ਼ੋਲੋਜਿਸਟ ਅਤੇ ਸੋਸ਼ਲ ਐਂਥਰੋਪੋਲੋਜਿਸਟ, ਸਮਾਜ ਵਿਗਿਆਨੀ ਅਤੇ ਮਾਨਵ ਵਿਗਿਆਨੀ ਜਿਹੜੇ ਹੋਏ ਨੇ ਉਹਨਾਂ ਨੇ ਕਿਨਸ਼ਿਪ ਨੂੰ ਸਟੱਡੀ ਕਰਨ ਦਾ ਜਿਹੜਾ ਹੈਗਾ ਕੰਮ ਸ਼ੁਰੂ ਕੀਤਾ। ਕਿਉਂਕਿ ਜਿਹੜੇ ਸੋਸ਼ੋਲੋਜਿਸਟ ਸੀਗੇ, ਸੋਸ਼ਲ ਐਂਥਰੋਪੋਲੋਜਿਸਟ ਸੀਗੇ, ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਸੀਗੇ ਕਿ ਜਿਹੜੇ ਸਾਡੀ ਸੁਸਾਇਟੀ ਹੈਗੀ ਆ ਉਹ ਬੇਸਡ ਹੈਗੀ ਹੈ ਕਿਨਸ਼ਿਪ 'ਤੇ। ਇਸੇ ਕਰਕੇ ਉਹਨਾਂ ਨੇ ਟ੍ਰੈਡੀਸ਼ਨਲ ਏਸ਼ੀਅਨ ਸੁਸਾਇਟੀ ਸੀ ਜਿਹੜੀ ਉਸ ਦੇ ਵਿੱਚ ਜਿਹੜੇ ਕਿਨਸ਼ਿਪ ਨੂੰ ਸਟੱਡੀ ਕੀਤਾ। ਕਿਸ ਤਰੀਕੇ ਨਾਲ ਡਿਫਰੈਂਟ ਸੁਸਾਇਟੀਜ਼ ਦੇ ਵਿੱਚ ਡਿਫਰੈਂਟ ਟਾਈਪ ਆਫ ਕਿਨਸ਼ਿਪ ਸਾਨੂੰ ਦੇਖਣ ਨੂੰ ਮਿਲਦੀ ਹੈ। ਇਸ ਨੂੰ ਸਟੱਡੀ ਕਰਨ ਦੇ ਲਈ ਜਿਹੜਾ ਉਹਨਾਂ ਨੇ ਆਪਣੇ ਜਿਹੜੇ ਰਿਸਰਚ ਸੀ ਉਸ ਦੇ ਅਕੋਰਡਿੰਗਲੀ ਕਿਨਸ਼ਿਪ ਦੀਆਂ ਡਿਫਰੈਂਟ ਟਾਈਪਸ ਦੀ ਗੱਲ ਕੀਤੀ, ਡਿਫਰੈਂਟ ਕਲਾਸਿਸ ਦੇ ਵਿੱਚ ਡਿਵਾਈਡ ਕੀਤਾ ਅਤੇ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਮਾਡਰਨ ਸੋਸ਼ੋਲੋਜਿਸਟ ਹੋਏ ਨੇ, ਸੋਸ਼ਲ ਐਂਥਰੋਪੋਲੋਜਿਸਟ ਹੋਏ ਨੇ, ਉਹਨਾਂ ਨੇ ਇਸ ਕਨਸੈਪਟ ਵੱਲ ਧਿਆਨ ਦੇਣਾ ਛੱਡ ਦਿੱਤਾ। ਉਹ ਸਿਰਫ ਮਾਡਰਨ ਸੁਸਾਇਟੀਜ਼ ਨੂੰ, ਇੰਡਸਟਰੀਅਲ ਸੁਸਾਇਟੀਜ਼ ਨੂੰ ਹੀ ਸਟੱਡੀ ਕਰਨ ਵਿੱਚ ਲੱਗੇ ਰਹੇ। ਇੱਥੇ ਜਿਹੜਾ ਹੈਗਾ ਫੇਮਸ ਜਿਹੜੇ ਕੁਛ ਸੋਸ਼ੋਲੋਜਿਸਟ ਹੋਏ ਨੇ ਜਿਨ੍ਹਾਂ ਨੇ ਕਿਨਸ਼ਿਪ ਨੂੰ ਸਟੱਡੀ ਕੀਤਾ, ਉਸ ਦੇ ਵਿੱਚੋਂ ਜਿਹੜੇ ਐਮ ਯੰਗ ਅਤੇ ਪੀ ਬਿਲਮੌਦ ਸੀਗੇ, ਉਹਨਾਂ ਨੇ ਆਪਣੀ ਬੁੱਕ ਫੈਮਿਲੀ ਐਂਡ ਕਿਨਸ਼ਿਪ ਇਨ ਈਸਟ ਲੰਡਨ ਦੇ ਵਿੱਚ ਜਿਹੜਾ ਹੈਗਾ ਕਿਨਸ਼ਿਪ ਦੇ ਬਾਰੇ ਦੱਸਿਆ, ਸਾਕੇਦਾਰੀ ਦੇ ਬਾਰੇ ਦੱਸਿਆ ਅਤੇ ਜਿਹੜਾ ਕਿਨਸ਼ਿਪ ਹੈਗੀ ਆ ਉਹਦਾ ਸੋਸ਼ਲ ਰੋਲ ਕੀ ਹੈ, ਸਮਾਜਿਕ ਰੋਲ ਬਾਰੇ ਦੱਸਿਆ। ਇੱਥੇ ਅਸੀਂ ਮੀਨਿੰਗ ਆਫ ਕਿਨਸ਼ਿਪ ਦੀ ਗੱਲ ਕਰੀਏ ਤਾਂ ਕਿਨਸ਼ਿਪ ਦਾ ਜਿਹੜਾ ਮੀਨਿੰਗ ਹੈਗਾ ਇਹ ਕਿਨ ਜਿਹੜਾ ਸ਼ਬਦ ਹੈਗਾ ਇੰਗਲਿਸ਼ ਦੇ ਜਿਹੜੇ ਸ਼ਬਦ ਹੈ ਸਿਨ ਤੋਂ ਲਿਆ ਗਿਆ, CYN, ਠੀਕ ਹੈ, ਸਿਨ ਤੋਂ ਲਿਆ ਗਿਆ। ਇਸ ਤਰ੍ਹਾਂ ਜਿਹੜੇ ਇਸ ਦਾ ਅਰਥ ਹੈਗਾ ਸਿਨ ਦਾ ਜਿਹੜਾ ਇੰਗਲਿਸ਼ ਦਾ ਸ਼ਬਦ ਸਿਨ ਹੈਗਾ ਜਿਸ ਤੋਂ ਸ਼ਬਦ ਕਿਨ ਲਿਆ ਗਿਆ, ਉਸ ਦਾ ਅਰਥ ਹੈ ਰਿਸ਼ਤੇਦਾਰ। ਜਿਹੜੇ ਸਮਾਜ ਵਿਗਿਆਨੀ, ਸੋਸ਼ੋਲੋਜਿਸਟ ਅਤੇ ਸੋਸ਼ਲ ਐਂਥਰੋਪੋਲੋਜਿਸਟ, ਮਾਨਵ ਵਿਗਿਆਨੀ ਹੋਏ ਨੇ, ਉਹਨਾਂ ਨੇ ਕਿਨਸ਼ਿਪ ਦਾ ਕੰਸੈਪਟ ਨੂੰ ਜਿਹੜਾ ਹੈਗਾ ਐਕਸਪਲੇਨ ਕਰਨ ਦੇ ਲਈ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਆ ਉਹ ਸਿਨ ਇੰਗਲਿਸ਼ ਇੰਗਲਿਸ਼ ਲੈਂਗੁਏਜ ਤੋਂ ਲਿਆ ਗਿਆ ਸ਼ਬਦ ਹੈਗਾ, ਉਸ ਤੋਂ ਜਿਹੜਾ ਹੈਗਾ ਕਿਨ ਸ਼ਬਦ ਲਿਆ ਗਿਆ। ਇਸ ਤਰ੍ਹਾਂ ਕਿਨ ਸ਼ਬਦ ਦਾ ਮਤਲਬ ਹੈਗਾ ਰਿਸ਼ਤੇਦਾਰ। ਰਿਸ਼ਤੇਦਾਰ ਕਿਹੜੇ? ਜਿਹੜੇ ਬਲੱਡ ਰਿਲੇਟਿਵਸ ਹੁੰਦੇ ਨੇ,
ਜਿਨ੍ਹਾਂ ਦੇ ਨਾਲ ਬਲੱਡ ਰਿਲੇਸ਼ਨਸ ਹੁੰਦੇ ਨੇ, ਜਿਹੜੇ ਸਾਡੇ ਕਲੋਜ਼ ਰਿਲੇਸ਼ਨਸ ਹੁੰਦੇ ਨੇ, ਉਹਨਾਂ ਜਿਹੜੇ ਰਿਲੇਸ਼ਨਸ ਦੇ ਵਿੱਚ ਰਿਲੇਟਿਵਸ ਹੁੰਦੇ ਨੇ, ਉਹਨਾਂ ਨੂੰ ਜਿਹੜਾ ਹੈਗਾ ਕਿਨਸ਼ਿਪ ਦੇ ਅੰਡਰ ਜਿਹੜਾ ਅਸੀਂ ਰੱਖ ਸਕਦੇ ਹਾਂ। ਕਿਨਸ਼ਿਪ ਦੇ ਜਿਹੜੇ ਹੋਰ ਵੀ ਬਹੁਤ ਸਾਰੇ ਜਿਹੜੇ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਡੀਸੈਂਟ ਜਿਹੜਾ ਹੈਗਾ, ਡੀਸੈਂਟ ਦੇ ਬੇਸਿਸ 'ਤੇ ਅਸੀਂ, ਵੰਸ਼ ਦੇ ਬੇਸਿਸ 'ਤੇ ਅਸੀਂ ਕਿਨਸ਼ਿਪ ਦੀ ਗੱਲ ਕਰਦੇ ਹਾਂ, ਸਾਕੇਦਾਰੀ ਦੀ ਗੱਲ ਕਰਦੇ ਹਾਂ। ਹਰ ਵੰਸ਼ ਦੇ ਆਪਣੇ ਜਿਹੜੇ ਹੈਗੇ ਨੇ ਰਿਲੇਸ਼ਨਸ ਹੁੰਦੇ ਨੇ, ਕੁਛ ਕਲੋਜ਼ ਰਿਲੇਸ਼ਨਸ ਹੁੰਦੇ ਨੇ, ਕੁਛ ਨੇੜੇ ਦੇ ਰਿਸ਼ਤੇ ਹੁੰਦੇ ਆ, ਕੁਛ ਦੂਰ ਦੇ ਰਿਸ਼ਤੇ ਹੁੰਦੇ ਆ। ਇਸ ਤੋਂ ਇਲਾਵਾ ਸਕਸੈਸ਼ਨ, ਉੱਤਰਾਧਿਕਾਰੀ, ਠੀਕ ਹੈ। ਜਿਵੇਂ ਕਿ ਇੱਕ ਕੋਈ ਵੀ ਹੈਗਾ, ਉਸ ਤੋਂ ਬਾਅਦ ਦੇ ਵਿੱਚ ਫਿਰ ਉੱਤਰਾਧਿਕਾਰੀ ਕੌਣ ਹੁੰਦਾ, ਉਸ ਦੀ ਜਿਹੜੀ ਅਥਾਰਟੀ ਹੈਗੀ, ਉਹਦੀ ਸਟੇਟਸ ਹੈਗਾ, ਉਹਦੀ ਪਾਵਰ ਹੈਗੀ, ਕਿਸ ਦੇ ਕੋਲ ਜਾਂਦੀ ਹੈ। ਇਨਹੈਰੀਟੈਂਸ, ਵਿਰਾਸਤ, ਠੀਕ ਹੈ। ਇਹ ਵੀ ਜਿਹੜੇ ਕਿਨਸ਼ਿਪ ਦੇ ਕੁਛ ਰੂਲਸ ਨੇ, ਨਿਯਮ ਨੇ। ਮੈਰਿਜ ਕਰਨ ਲੱਗੇ ਵੀ ਕਿਨਸ਼ਿਪ ਦਾ ਅਸੀਂ ਦੇਖਦੇ ਹਾਂ ਕਿ ਕਿਹੜੇ ਕਿਹੜੇ ਕਿਨਸ ਜਿਹੜੇ ਹੈਗੇ ਨੇ, ਉਹਨਾਂ ਦੇ ਵਿੱਚ ਮੈਰਿਜ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਜਿਵੇਂ ਕਿ ਮੈਰਿਜ ਕਰਨ ਲੱਗਿਆ ਫਾਦਰ ਸਾਈਡ ਤੋਂ 7 ਜਨਰੇਸ਼ਨ ਛੱਡੀਆਂ ਜਾਂਦੀਆਂ ਨੇ, ਮਦਰ ਸਾਈਡ ਤੋਂ 5 ਜਨਰੇਸ਼ਨ ਜਿਹੜੀਆਂ ਹੈਗੀਆਂ ਨੇ ਛੱਡੀਆਂ ਜਾਂਦੀਆਂ ਨੇਗੀਆਂ। ਉਸ ਤੋਂ ਬਾਹਰ ਜਿਹੜੀ ਮੈਰਿਜ ਕੀਤੀ ਜਾਂਦੀ ਹੈ, ਇਹ ਕਿਨਸ਼ਿਪ ਦੇ ਅੰਡਰ ਆ ਜਾਂਦਾ ਹੈ। ਇਸ ਤੋਂ ਇਲਾਵਾ ਰੈਜ਼ੀਡੈਂਸ ਦੇ ਬੇਸਿਸ 'ਤੇ ਅਸੀਂ ਜਿਹੜਾ ਦੇਖਦੇ ਹਾਂ ਕਿ ਕਿਨਸ਼ਿਪ ਰਿਸ਼ਤੇ ਨਾਤੇ ਜਿਹੜੇ ਸੁਸਾਇਟੀ ਦੇ ਵਿੱਚ ਸਾਡੇ ਨੇੜੇ ਜਾਂ ਦੂਰ ਦੇ ਸਾਡੇ ਰਿਸ਼ਤੇ ਹੁੰਦੇ ਆ, ਉਹਨਾਂ ਸਭ ਨੂੰ ਅਸੀਂ ਕਿਨਸ਼ਿਪ ਸਿਸਟਮ ਦੇ ਅੰਡਰ ਦੇਖਦੇ ਹਾਂ, ਨਾਤੇਦਾਰੀ ਵਿਵਸਥਾ ਦੇ ਅੰਦਰ ਦੇਖਦੇ ਹਾਂ, ਸਾਕੇਦਾਰੀ ਵਿਵਸਥਾ ਦੇ ਅੰਦਰ ਰੱਖਦੇ ਹਾਂ। ਕੁਝ ਜਿਹੜੇ ਫੇਮਸ ਸੋਸ਼ੋਲੋਜਿਸਟ, ਸੋਸ਼ਲ ਐਂਥਰੋਪੋਲੋਜਿਸਟ ਹੋਏ ਨੇ, ਉਹਨਾਂ ਨੇ ਕਿਨਸ਼ਿਪ ਦੀਆਂ ਕੁਝ ਡੈਫੀਨੇਸ਼ਨਸ ਦਿੱਤੀਆਂ ਨੇਗੀਆਂ। ਚਾਰਲਸ ਵਿਨਿਕ ਕਹਿੰਦਾ ਕਿ ਕਿਨਸ਼ਿਪ ਸਿਸਟਮ, ਸਾਕੇਦਾਰੀ ਵਿਵਸਥਾ ਹੈ, ਉਹ ਰਿਲੇਸ਼ਨ ਸ਼ਾਮਲ ਹੁੰਦੇ ਨੇ ਜੋ ਕਿ ਕਿਸੇ ਨਾ ਕਿਸੇ ਡੀਸੈਂਟ ਵੰਸ਼ ਜਿਹੜਾ ਕਿ ਟ੍ਰੈਡੀਸ਼ਨਲ ਟਾਈਮ ਤੋਂ ਚੱਲਦਾ ਆ ਰਿਹਾ, ਉਸ ਦੇ ਬੇਸਿਸ 'ਤੇ ਸੁਸਾਇਟੀ ਦੁਆਰਾ ਐਕਸੈਪਟ ਕੀਤੇ ਜਾਂਦੇ ਨੇ। ਸਾਕੇਦਾਰੀ ਸਿਸਟਮ ਦੇ ਵਿੱਚ ਉਹ ਸੰਬੰਧ ਸ਼ਾਮਲ ਕੀਤੇ ਜਾਂਦੇ ਨੇ ਜਿਹੜੇ ਕਿ ਕਿਸੇ ਵਾਸਤਵਿਕ ਵੰਸ਼, ਪਰੰਪਰਾਗਤ ਵੰਦਨਾ 'ਤੇ ਆਧਾਰਿਤ ਅਤੇ ਸਮਾਜ ਦੁਆਰਾ ਪ੍ਰਵਾਨ ਕੀਤੇ ਜਾਂਦੇ ਨੇ। ਉਹ ਰਿਸ਼ਤੇ ਹੀ ਜਿਹੜੇ ਸ਼ਾਮਲ ਹੁੰਦੇ ਨੇ ਜਿਹੜੇ ਸਮਾਜ ਦੁਆਰਾ ਪ੍ਰਵਾਨਗੀ ਮਿਲਦੀ ਹੈ। ਰੈਡਕਿਲ ਫਰੋਮ ਕਹਿੰਦਾ ਹੈ ਸਾਕੇਦਾਰੀ ਸਿਸਟਮ ਦੇ ਵਿੱਚ ਪਰਿਵਾਰ ਅਤੇ ਵਿਆਹ ਦੀ ਹੋਂਦ ਤੋਂ ਪੈਦਾ ਹੋਣ ਵਾਲੇ ਜਿਹੜੇ ਵੱਖਰੇ ਵੱਖਰੇ ਰਿਸ਼ਤੇ ਹੈਗੇ ਨੇ, ਰਿਲੇਸ਼ਨ ਹੈਗੇ ਨੇ, ਉਹਨਾਂ ਸਾਰੇ ਸੰਬੰਧਾਂ ਨੂੰ ਸ਼ਾਮਲ ਕੀਤਾ ਜਾਂਦਾ। ਇੱਕ ਪਰਿਵਾਰ ਦੇ ਵਿੱਚ ਜਿਹੜੇ ਰਿਲੇਸ਼ਨ ਹੁੰਦੇ ਨੇ, ਇੱਕ ਜਿਹੜੇ ਵਿਆਹ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਰਿਸ਼ਤੇ ਜੁੜਦੇ ਨੇ, ਉਹਨਾਂ ਸਾਰਿਆਂ ਨੂੰ ਕਿਨਸ਼ਿਪ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਰੈਡਕਿਲ ਬਰਾਊਨ ਨੇ ਇਹ ਜਿਹੜਾ ਹੈਗਾ ਆਪਣੇ ਡੈਫੀਨੇਸ਼ਨ ਦੇ ਵਿੱਚ ਕਿਹਾ ਹੈ। ਹੁਣ ਜਿਹੜੇ ਕਿਸ ਤਰੀਕੇ ਨਾਲ ਮੈਰਿਜ ਤੋਂ ਬਾਅਦ ਦੇ ਰਿਸ਼ਤੇ ਹੁੰਦੇ ਨੇ ਤੇ ਪਰਿਵਾਰਿਕ ਰਿਸ਼ਤੇ ਹੁੰਦੇ ਨੇ, ਇਹ ਸਾਰਿਆਂ ਨੂੰ ਅਸੀਂ ਅੱਗੇ ਡਿਟੇਲ ਦੇ ਵਿੱਚ ਜਿਹੜਾ ਹੈਗਾ ਡਿਸਕਸ ਕਰਾਂਗੇ। ਨੈਕਸਟ ਜਿਹੜਾ ਅਸੀਂ ਗੱਲ ਕਰਾਂਗੇ ਟਾਈਪਸ ਆਫ ਕਿਨਸ਼ਿਪ, ਸਾਕੇਦਾਰੀ ਦੀਆਂ ਕਿਸਮਾਂ। ਡਿਫਰੈਂਟ ਸੋਰਸਿਸ ਦੇ ਬੇਸਿਸ 'ਤੇ ਜਿਹੜਾ ਹੈਗਾ ਕਿਨਸ਼ਿਪ ਦੀਆਂ ਡਿਫਰੈਂਟ ਟਾਈਪਸ ਦੀ ਗੱਲ ਕੀਤੀ ਗਈ ਹੈ। ਇੱਥੇ ਮੇਨ ਜਿਹੜੇ ਸੋਰਸਿਸ ਰੱਖੇ ਗਏ ਨੇ ਉਹ ਹੈਗੇ ਨੇ ਮੈਰਿਜ ਐਂਡ ਫੈਮਿਲੀ, ਕਿਉਂਕਿ ਰਿਸ਼ਤੇ ਜਿਹੜੇ ਸਮਾਜ ਦੇ ਵਿੱਚ ਸਾਡੇ ਹੁੰਦੇ ਆ ਉਹ ਜਾਂ ਤਾਂ ਇੱਕ ਫੈਮਿਲੀ ਦੇ ਦੂਜੀ ਫੈਮਿਲੀ ਨਾਲ ਰਿਸ਼ਤੇ ਹੁੰਦੇ ਆ, ਜਾਂ ਫਿਰ ਵਿਆਹ ਤੋਂ ਬਾਅਦ ਦੇ ਵਿੱਚ ਜਿਹੜੇ ਰਿਸ਼ਤੇ ਜੁੜਦੇ ਆ ਉਹਨਾਂ ਨੂੰ ਅਸੀਂ ਇਹਦੇ ਵਿੱਚ ਸ਼ਾਮਲ ਕਰ ਸਕਦੇ ਹਾਂ। ਇਸ ਦੇ ਵਿੱਚ ਐਫੀਨੀਅਲ ਕਿਨਸ਼ਿਪ, ਵਿਵਾਹਿਕ ਸਾਕੇਦਾਰੀ, ਵਿਆਹ ਤੋਂ ਬਣਨ ਵਾਲੇ ਰਿਸ਼ਤੇ, ਸਗੋਤਰ ਸਾਕੇਦਾਰੀ, ਕੈਂਸੂਜਨਲ ਕਿਨਸ਼ਿਪ, ਫੈਕਟਿਵ ਔਰ ਰਿਚੁਅਲ ਕਿਨਸ਼ਿਪ, ਕਾਲਪਨਿਕ ਜਾਂ ਰਸਮੀ ਸਾਕੇਦਾਰੀ। ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਗੋਤਰ ਸਾਕੇਦਾਰੀ, ਕੈਂਸੂਜਨਲ ਕਿਨਸ਼ਿਪ। ਜਿਹੜੀ ਸਗੋਤਰ ਸਾਕੇਦਾਰੀ ਹੁੰਦੀ ਹੈ, ਇਸ ਨੂੰ ਅਸੀਂ ਦੇਖਦੇ ਹਾਂ ਕਿ ਇਹ ਪਰਿਵਾਰਿਕ ਰਿਸ਼ਤੇ ਦੇ ਬੇਸਿਸ 'ਤੇ ਹੁੰਦੀ ਹੈ। ਫੈਮਿਲੀ ਦੇ ਬੇਸਿਸ 'ਤੇ ਅਸੀਂ ਦੇਖਦੇ ਹਾਂ, ਪਰਿਵਾਰ ਦੇ ਫੈਮਿਲੀ ਦੇ ਬੇਸਿਸ 'ਤੇ ਜਿਹੜੇ ਰਿਸ਼ਤੇ ਬਣਦੇ ਨੇ ਉਹਨਾਂ ਨੂੰ ਸਗੋਤਰ ਸਾਕੇਦਾਰੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
ठीक है। ਸਗੋਤਰ ਸਾਕੇਦਾਰੀ ਜਿਹੜੀ ਹੈਗੀ ਆ ਉਸਦੇ ਵਿੱਚ ਸਿਰਫ ਬਲੱਡ ਰਿਲੇਸ਼ਨਸ ਹੁੰਦੇ ਨੇ। ਬਲੱਡ ਰਿਲੇਸ਼ਨ ਦੇ ਵਿੱਚ ਜਿਹੜੇ ਇੱਕੋ ਹੀ ਜਿਹੜੇ ਵੰਸ਼ ਦੇ ਲੋਕ ਹੋਣਗੇ ਉਹ ਉਸ ਦੇ ਵਿੱਚ ਸ਼ਾਮਲ ਹੁੰਦੇ ਨੇ। ਇਸ ਦੇ ਵਿੱਚ ਜਿਹੜੇ ਉਹਨਾਂ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਇਸ ਜਿਹੜੇ ਸਗੋਤਰ ਰਿਸ਼ਤੇਦਾਰੀ ਨਾਤੇਦਾਰੀ ਹੈ, ਸਾਕੇਦਾਰੀ ਹੈ, ਕੰਜੈਕਸ਼ਨਲ ਕਿਨਸ਼ਿਪ ਹੈਗੀ ਹੈ। ਜਿਹੜੇ ਬੱਚੇ ਗੋਦ ਲਏ ਜਾਂਦੇ ਨੇ, ਗੋਦ ਲਏ ਬੱਚੇ ਵੀ ਉਸ ਦੇ ਸਗੋਤਰ ਸਾਕੇਦਾਰੀ ਵਿੱਚ ਸ਼ਾਮਲ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ ਬਲੱਡ ਰਿਲੇਸ਼ਨਸ ਦੇ ਜਿਹੜੇ ਲੋਕ ਹੁੰਦੇ ਨੇ ਉਹ ਸਗੋਤਰ ਸਾਕੇਦਾਰੀ ਵਿੱਚ ਆਉਂਦੇ ਨੇ, ਜਿਵੇਂ ਕਿ ਪੇਰੈਂਟਸ ਹੈਗੇ ਨੇ, ਮਾਂ ਬਾਪ ਹੈਗੇ ਨੇ, ਉਹਨਾਂ ਦੇ ਬੱਚੇ ਹੈਗੇ ਨੇ, ਦਾਦਾ ਦਾਦੀ ਹੈਗੇ ਨੇ, ਹੈ ਨਾ। ਉਹ ਸਾਰੇ ਜਿਹੜਿਆਂ ਦੇ ਵਿੱਚ ਆਪਸ ਦੇ ਵਿੱਚ ਬਲੱਡ ਰਿਲੇਸ਼ਨ ਹੈ ਉਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਫਿਰ ਇੱਥੇ ਹੁਣ ਜਿਹੜਾ ਹੈਗਾ ਡਿਫਰੈਂਟ ਸੁਸਾਇਟੀਜ਼ ਦੇ ਡਿਫਰੈਂਟ ਕੁਛ ਰੂਲਸ ਰੈਗੂਲੇਸ਼ਨਸ ਨੇ, ਰਿਚੁਅਲਸ ਨੇ। ਜਿਵੇਂ ਕਿ ਨੀਲਗਿਰੀ ਜਿਹੜਾ ਹੈਗਾ ਟਰਾਈਬ ਹੈਗਾ, ਨੀਲਗਿਰੀ ਦੇ ਵਿੱਚ ਟੋਡਾ ਟਰਾਈਬ ਹੈ, ਉਸ ਦੇ ਵਿੱਚ ਪੋਲੋਗੈਮੀ ਮੈਰਿਜ ਸਿਸਟਮ ਹੈਗਾ, ਠੀਕ ਹੈ। ਉੱਥੇ ਜਿਹੜੇ ਜਿਸ ਦੇ ਵਿੱਚ ਇੱਕ ਫੀਮੇਲ ਨਾਲ ਬਹੁਤ ਜ਼ਿਆਦਾ ਮੇਲ ਮੈਰਿਜ ਕਰਵਾ ਲੈਂਦੇ ਨੇ ਗਰੁੱਪ, ਜਿਹਦੇ ਵਿੱਚ ਇੱਕ ਪਤਨੀ ਦੇ ਇੱਕ ਤੋਂ ਜ਼ਿਆਦਾ ਹਸਬੈਂਡ ਹੁੰਦੇ ਨੇ। ਇਹ ਟਰਾਈਬਲ ਏਰੀਆ ਦੇ ਵਿੱਚ ਕਬੀਲੇ ਸਮਾਜ ਦੇ ਵਿੱਚ ਅਸੀਂ ਦੇਖ ਸਕਦੇ ਹਾਂ। ਫਿਰ ਉੱਥੇ ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਹੈਗੇ ਨੇ ਉਹਨਾਂ ਨੂੰ ਡਿਸਾਈਡ ਕਰਨ ਦੇ ਲਈ ਕੁਛ ਰਸਮਾਂ ਕੀਤੀਆਂ ਜਾਂਦੀਆਂ ਨੇਗੀਆਂ। ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਉਹ ਜਿਹੜੇ ਇੱਕ ਫੀਮੇਲ ਹੈਗੀ ਹੈ, ਇੱਕ ਪਤਨੀ ਆ, ਉਸਦੇ ਜ਼ਿਆਦਾ ਪਤੀ ਹੈਗੇ ਨੇ, ਉਹਦੇ ਵਿੱਚੋਂ ਜਿਹੜੇ ਬੱਚੇ ਨੇ ਉਹ ਉਸਦੇ ਕਿਹੜੇ ਪਤੀ ਦੇ ਬੱਚੇ ਨੇ, ਇਹ ਉੱਥੋਂ ਦੀ ਇੱਕ ਰਸਮ ਦੁਆਰਾ ਜਿਹੜਾ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਡਿਸਾਈਡ ਕੀਤਾ ਜਾਂਦਾ ਕਿ ਇਹ ਜਿਹੜੇ ਬੱਚੇ ਨੇ ਉਹ ਕਿਸ ਫਾਦਰ ਦੇ ਬੱਚੇ ਨੇ, ਠੀਕ ਹੈ ਜੀ। ਇਸ ਤਰ੍ਹਾਂ ਇਸ ਦੇ ਵਿੱਚ ਜਿਹੜੇ ਸਟੈਪ ਸਿਸਟਰ ਬ੍ਰਦਰ ਹੈਗੇ ਨੇ ਉਹ ਵੀ ਸ਼ਾਮਿਲ ਕੀਤੇ ਜਾਂਦੇ ਨੇ। ਇਸ ਦੇ ਵਿੱਚ ਜਿਹੜੇ ਪੈਟਰਾਰਕੀਅਲ ਸਿਸਟਮ ਦੇ ਬੇਸਿਸ 'ਤੇ ਮੈਟਰਾਰਕੀਅਲ ਬੇਸਿਸ 'ਤੇ ਪਿਤਾ ਪੱਖੀ ਅਤੇ ਮਾਤਾ ਪੱਖੀ ਦੋਨੋਂ ਸਾਈਡ ਦੇ ਰਿਸ਼ਤੇ ਜਿਹੜੇ ਹੈਗੇ ਨੇ ਇਹਦੇ ਵਿੱਚ ਸ਼ਾਮਿਲ ਕੀਤੇ ਜਾਂਦੇ। ਅੱਗੇ ਫਿਰ ਜਿਹੜਾ ਹੈਗਾ ਸਗੋਤਰ ਸਾਕੇਦਾਰੀ ਕੰਜੈਕਸ਼ਨਲ ਕਿਨਸ਼ਿਪ ਨੂੰ ਯੂਨੀਲੀਨਲ ਕਿਨ ਅਤੇ ਕੈਲੋਰਲ ਕਿਨ ਦੇ ਵਿੱਚ ਜਿਹੜਾ ਹੈਗਾ ਡਿਵਾਈਡ ਕੀਤਾ ਗਿਆ। ਯੂਨੀਲੀਨੀਅਲ ਕਿਨ ਉਹ ਹੁੰਦੇ ਨੇ ਜਿਹੜੇ ਕਿ ਇੱਕ ਡਾਇਰੈਕਸ਼ਨ ਦੇ ਵਿੱਚ ਜਿਹੜੇ ਡਾਇਰੈਕਟ ਰਿਸ਼ਤੇ ਹੁੰਦੇ ਨੇ, ਜਿਹਦੇ ਵਿੱਚ ਪਿਤਾ ਆ ਜਾਂਦਾ ਹੈ, ਫਾਦਰ ਆ ਜਾਂਦਾ ਹੈ, ਫਾਦਰ ਦਾ ਫਾਦਰ ਆ ਜਾਂਦਾ ਹੈ, ਫਿਰ ਸਨ ਆ ਜਾਂਦਾ ਹੈ, ਠੀਕ ਹੈ। ਗ੍ਰੈਂਡ ਫਾਦਰ ਹੈਗਾ, ਫਾਦਰ ਹੈਗਾ, ਸਨ ਹੈਗਾ, ਇੱਕ ਸਟ੍ਰੇਟ ਲਾਈਨ ਦੇ ਵਿੱਚ ਰਿਸ਼ਤੇ ਸਾਨੂੰ ਦਿਖ ਰਹੇ ਨੇ, ਇੱਕ ਤੋਂ ਬਾਅਦ ਦੇ ਵਿੱਚ ਦੂਜਾ ਜਿਹੜਾ ਰਿਸ਼ਤਾ ਆਈ ਜਾ ਰਿਹਾ ਹੈ। ਕੈਲਟਰਲ ਕਿਨ ਦੇ ਵਿੱਚ ਜਿਹੜਾ ਹੈਗਾ ਉਹ ਰਿਲੇਸ਼ਨਸ ਆ ਜਾਂਦੇ ਨੇ, ਉਹ ਰਿਸ਼ਤੇ ਆ ਜਾਂਦੇ ਨੇ, ਜਿਵੇਂ ਕਿ ਫਾਦਰਸ ਬ੍ਰਦਰ, ਮਦਰਸ ਸਿਸਟਰ। ਅੱਗੇ ਇੱਕ ਰਿਸ਼ਤੇ ਤੋਂ ਅੱਗੇ ਜੁੜਨ ਵਾਲੇ ਰਿਸ਼ਤੇ ਜਿਹੜੇ ਹੈਗੇ ਨੇ ਉਹ ਕੋਲੈਟਰਲ ਜਿਹੜਾ ਕਿਨ ਹੈਗਾ ਉਸ ਦੇ ਵਿੱਚ ਆ ਜਾਂਦੇ ਨੇ। ਨੈਕਸਟ ਜਿਹੜਾ ਹੈਗਾ ਕੈਗਨੈਟਿਕ ਕਿਨ ਦੇ ਵਿੱਚ ਕਾਮਨ ਐਨਸੈਸਟਰਸ ਦੇ ਲੋਕ ਆ ਜਾਂਦੇ ਨੇ, ਜਿਹੜੇ ਕਿ ਸਾਂਝੇ ਰਿਸ਼ਤੇਦਾਰ ਹੁੰਦੇ ਨੇ, ਰਿਲੇਟਿਵਸ ਹੁੰਦੇ ਨੇ, ਜਿਨ੍ਹਾਂ ਦਾ ਇੱਕੋ ਹੀ ਐਨਸੈਸਟਰ ਹੁੰਦਾ, ਇੱਕੋ ਹੀ ਐਨਸੈਸਟਰ ਨੂੰ ਮੰਨਦੇ ਨੇ, ਇੱਕੋ ਹੀ ਐਨਸੈਸਟਰ ਦੇ ਅੱਗੇ ਜਨਰੇਸ਼ਨਸ ਹੁੰਦੀਆਂ ਨੇ। ਇਹ ਤਾਂ ਸੀਗਾ ਸਗੋਤਰ ਸਾਕੇਦਾਰੀ, ਜਿਹਦੇ ਵਿੱਚ ਬਲੱਡ ਰਿਲੇਸ਼ਨ ਦੀ ਅਸੀਂ ਗੱਲ ਕਰਦੇ ਹਾਂ। ਨੈਕਸਟ ਜਿਹੜਾ ਹੈਗਾ ਐਫੀਨਲ ਕਿਨਸ਼ਿਪ, ਵਿਆਹ 'ਤੇ ਆਧਾਰਿਤ ਸਾਕੇਦਾਰੀ। ਐਫੀਨਲ ਕਿਨਸ਼ਿਪ ਦੇ ਵਿੱਚ ਉਹ ਸਾਰੇ ਰਿਸ਼ਤੇ ਸ਼ਾਮਲ ਹੁੰਦੇ ਨੇ ਜਿਹੜੇ ਇੱਕ ਮੇਲ ਇੱਕ ਫੀਮੇਲ ਦੀ ਮੈਰਿਜ ਤੋਂ ਬਾਅਦ ਦੇ ਵਿੱਚ ਜਿਹੜੇ ਰਿਸ਼ਤੇ ਬਣਦੇ ਨੇ। ਉੱਥੇ ਜਿਹੜਾ ਕੋਈ ਵੀ ਜਿਹੜਾ ਇੱਕ ਪਰਸਨ ਹੈਗਾ, ਇੱਕ ਮੇਲ ਪਰਸਨ ਹੈਗਾ, ਉਸਦੀ ਮੈਰਿਜ ਇੱਕ ਫੀਮੇਲ ਪਰਸਨ ਨਾਲ ਹੁੰਦੀ ਹੈ, ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਹਦੇ ਫੈਮਿਲੀ ਮੈਂਬਰ ਨੇ ਉਹਨਾਂ ਨਾਲ ਵੀ ਉਸਦੇ ਰਿਸ਼ਤੇ ਜੁੜ ਜਾਂਦੇ ਨੇ। ਇੱਕ ਮੇਲ ਦੇ ਜਿਹੜੇ ਫੈਮਿਲੀ ਮੈਂਬਰ ਹੈਗੇ ਨੇ ਉਹਨਾਂ ਨਾਲ ਵੀ ਰਿਸ਼ਤੇ ਜੁੜ ਜਾਂਦੇ ਨੇ। ਇਸ ਤਰ੍ਹਾਂ ਦੇ ਰਿਸ਼ਤਿਆਂ ਨੂੰ ਐਫੀਨਲ ਕਿਨਸ਼ਿਪ ਦੇ ਅੰਡਰ ਰੱਖਿਆ ਜਾਂਦਾ ਹੈ। ਵਿਆਹ ਦੇ ਆਧਾਰ 'ਤੇ ਬਣੇ ਰਿਸ਼ਤੇ, ਠੀਕ ਹੈ। ਐਫੀਨਲ ਕਿਨਸ਼ਿਪ ਦੇ ਵਿੱਚ ਜਿਹੜੇ ਰਿਸ਼ਤੇ ਆਉਂਦੇ ਨੇ ਜਿਵੇਂ ਕਿ ਬ੍ਰਦਰ ਇਨ ਲਾਅ, ਸਿਸਟਰ ਇਨ ਲਾਅ, ਮਦਰ ਇਨ ਲਾਅ, ਫਾਦਰ ਇਨ ਲਾਅ, ਦੋਨੋਂ ਸਾਈਡ 'ਤੇ ਆ ਜਾਂਦੇ ਨੇ, ਠੀਕ ਹੈ।
ਨੈਕਸਟ ਜਿਹੜਾ ਹੈਗਾ ਫੈਕਟਿਵ ਔਰ ਰਿਚੁਅਲ ਕਿਨਸ਼ਿਪ। ਫੈਕਟਿਵ ਔਰ ਰਿਚੁਅਲ ਕਿਨਸ਼ਿਪ ਦੇ ਬੇਸਿਸ ਤੇ ਉਹਨਾਂ ਰਿਲੇਸ਼ਨਸ ਨੂੰ ਰੱਖਿਆ ਜਾਂਦਾ ਹੈ, ਉਹਨਾਂ ਕਿਨਸ ਨੂੰ ਰੱਖਿਆ ਜਾਂਦਾ ਹੈ ਜੋ ਨਾ ਤਾਂ ਮੈਰਿਜ ਦੇ ਬੇਸਿਸ ਤੇ ਨੇ, ਨਾ ਹੀ ਬਲੱਡ ਰਿਲੇਸ਼ਨ ਦੇ ਬੇਸਿਸ ਤੇ ਰਿਲੇਸ਼ਨ ਹੈਗੇ ਨੇ, ਰਿਸ਼ਤੇ ਹੈਗੇ ਨੇ। ਠੀਕ ਹੈ, ਇੱਥੇ ਜਿਹੜਾ ਹੈਗਾ ਇਹ ਜਿਹੜੇ ਹੈਗੇ ਨੇ ਫੰਕਸ਼ਨਲ ਸੋਸ਼ਲ ਰਿਲੇਸ਼ਨਸ਼ਿਪ ਦੇ ਬੇਸਿਸ ਹੁੰਦੇ ਨੇ। ਫੰਕਸ਼ਨਲ ਸੋਸ਼ਲ ਰਿਲੇਸ਼ਨਸ਼ਿਪ ਦੇ ਬੇਸਿਸ ਜਿਹੜੇ ਰਿਸ਼ਤੇ ਹੁੰਦੇ ਨੇ ਇਹ ਜਿਹੜੇ ਕਲਪਿਤ ਹੁੰਦੇ ਨੇ ਜਾਂ ਰਸਮੀ ਹੁੰਦੇ ਨੇ, ਕਿਸੇ ਨਾ ਕਿਸੇ ਰਸਮ ਦੇ ਆਧਾਰ 'ਤੇ ਜਿਹੜਾ ਹੈਗਾ ਇੱਕ ਰਿਸ਼ਤੇ ਜੁੜ ਜਾਂਦੇ ਨੇ। ਜਿਵੇਂ ਕਿ ਕੋਈ ਲੜਕੀ ਹੈ ਕਿਸੇ ਲੜਕੇ ਨੂੰ ਰੱਖੜੀ ਬੰਨ੍ਹ ਦਿੰਦੀ ਹੈ ਤਾਂ ਹਿੰਦੂ ਸੁਸਾਇਟੀ ਦੇ ਅਕੋਰਡਿੰਗਲੀ ਜਾਂ ਇੰਡੀਅਨ ਸੁਸਾਇਟੀ ਦੇ ਅਕੋਰਡਿੰਗਲੀ ਉਹ ਸਿਸਟਰ ਬ੍ਰਦਰ ਬਣ ਜਾਂਦੇ ਨੇ। ਇਸ ਤਰ੍ਹਾਂ ਜਿਹੜੇ ਜਿਵੇਂ ਆਮ ਤੌਰ 'ਤੇ ਕਿਹਾ ਜਾਂਦਾ ਧਰਮ ਦਾ ਪਿਤਾ ਧਰਮ ਦੀ ਮਾਂ ਹੈ ਨਾ, ਜਾਂ ਧਰਮ ਦਾ ਭਰਾ ਹੈਗਾ ਹੈ, ਮੇਰੀ ਧਰਮ ਦੀ ਭੈਣ ਹੈ, ਇਹ ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਆ ਜਾਂਦੇ ਨੇ ਉਹਨਾਂ ਨੂੰ ਜਿਹੜਾ ਫੈਕਟਿਵ ਔਰ ਰਿਚੁਅਲ ਕਿਨਸ਼ਿਪ ਦੇ ਵਿੱਚ ਰੱਖਿਆ ਜਾਂਦਾ ਹੈ। ਇਹ ਤਾਂ ਸੀਗੇ ਇਹਦੀਆਂ ਟਾਈਪਸ। ਫਿਰ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਜਿਹੜਾ ਹੈਗਾ ਰਿਸ਼ਤਿਆਂ ਨੂੰ ਡਿਵਾਈਡ ਕੀਤਾ ਜਾਂਦਾ ਹੈ, ਕਿਨਸ ਨੂੰ ਡਿਵਾਈਡ ਕੀਤਾ ਗਿਆ। ਕੈਟਾਗਰੀਜ਼ ਆਫ ਕਿਨਸ਼ਿਪ, ਸਾਕੇਦਾਰੀ ਦੀਆਂ ਸ਼੍ਰੇਣੀਆਂ। ਪਹਿਲਾਂ ਅਸੀਂ ਕਿਸਮਾਂ ਡਿਸਕਸ ਕੀਤੀਆਂ ਨੇ, ਹੁਣ ਜਿਹੜਾ ਹੈਗਾ ਸਾਕੇਦਾਰੀ ਦੀਆਂ ਸ਼੍ਰੇਣੀਆਂ। ਜਦੋਂ ਵੀ ਅਸੀਂ ਕਿਨਸ਼ਿਪ ਦੇ ਬੇਸਿਸ 'ਤੇ ਡਿਫਰੈਂਟ ਰਿਲੇਸ਼ਨਸ ਦੀ ਗੱਲ ਕਰਦੇ ਹਾਂ, ਰਿਸ਼ਤਿਆਂ ਦੀ ਗੱਲ ਕਰਦੇ ਹਾਂ, ਤਾਂ ਉੱਥੇ ਕੁਛ ਦੂਰੀ ਦੇ ਕੁਛ ਨੇੜੇ ਦੇ, ਕੁਛ ਰਿਸ਼ਤੇ ਜਿਹੜੇ ਨੇ ਉਹ ਦੂਰ ਦੇ ਹੁੰਦੇ ਆ, ਕੁਛ ਨੇੜੇ ਦੇ ਹੁੰਦੇ ਆ, ਜਿਸ ਦੇ ਬੇਸਿਸ 'ਤੇ ਜਿਹੜਾ ਹੈਗਾ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਜਿਹੜੇ ਰਿਸ਼ਤਿਆਂ ਨੂੰ ਅਸੀਂ ਡਿਵਾਈਡ ਕਰ ਸਕਦੇ ਹਾਂ। ਇੱਥੇ ਅਸੀਂ ਦੇਖਦੇ ਹਾਂ ਕਿ ਸਭ ਤੋਂ ਫਸਟ ਜਿਹੜਾ ਹੈਗਾ ਰਿਸ਼ਤੇ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪ੍ਰਾਇਮਰੀ ਰਿਲੇਸ਼ਨਸ ਕਹਾਂਗੇ। ਪ੍ਰਾਇਮਰੀ ਰਿਲੇਸ਼ਨਸ ਦੇ ਵਿੱਚ ਉਹ ਰਿਲੇਸ਼ਨ ਆ ਜਾਂਦੇ ਨੇ ਜਿਹੜੇ ਕਿ ਬਿਲਕੁਲ ਕਲੋਜ਼ ਰਿਲੇਸ਼ਨਸ ਹੈਗੇ ਨੇ, ਜਿਵੇਂ ਹਸਬੈਂਡ ਵਾਈਫ, ਮਦਰ ਸਨ, ਫਾਦਰ ਸਨ, ਫਾਦਰ ਡਾਟਰ, ਸਿਸਟਰ ਬ੍ਰਦਰ, ਬ੍ਰਦਰ ਬ੍ਰਦਰ, ਸਿਸਟਰ ਸਿਸਟਰ। ਠੀਕ ਹੈ, ਇਸ ਦੇ ਵਿੱਚ ਟੋਟਲ ਜਿਹੜੀ ਕਾਊਂਟਿੰਗ ਹੁੰਦੀ ਹੈ 8 ਤਰ੍ਹਾਂ ਦੇ ਰਿਸ਼ਤੇ ਸ਼ਾਮਲ ਕੀਤੇ ਜਾਂਦੇ ਨੇ। ਪ੍ਰਾਇਮਰੀ ਰਿਲੇਸ਼ਨਸ ਦੇ ਵਿੱਚ 8 ਤਰ੍ਹਾਂ ਦੇ ਜਿਹੜੇ ਪ੍ਰਾਇਮਰੀ ਰਿਲੇਸ਼ਨ ਹੁੰਦੇ ਨੇ। ਠੀਕ ਹੈ, ਇਹ ਜਿਹੜੇ ਹੈਗੇ ਨੇ ਇਹਨਾਂ ਨੂੰ ਪ੍ਰਾਇਮਰੀ ਰਿਲੇਸ਼ਨ ਇਸੇ ਕਰਕੇ ਕਿਹਾ ਜਾਂਦਾ ਕਿਉਂਕਿ ਬਹੁਤ ਜ਼ਿਆਦਾ ਕਲੋਜ਼ ਹੁੰਦੇ ਨੇ, ਨੇੜੇ ਦੇ ਹੁੰਦੇ ਨੇ। ਨੈਕਸਟ ਜਿਹੜਾ ਹੈਗਾ ਸੈਕੰਡਰੀ ਰਿਲੇਸ਼ਨ। ਸੈਕੰਡਰੀ ਰਿਲੇਸ਼ਨਸ ਦੇ ਵਿੱਚ ਅਸੀਂ ਉਹਨਾਂ ਰਿਸ਼ਤਿਆਂ ਨੂੰ ਸ਼ਾਮਲ ਕਰਦੇ ਹਾਂ ਜਿਹੜੇ ਕਿ ਪ੍ਰਾਇਮਰੀ ਰਿਲੇਸ਼ਨ ਤੋਂ ਥੋੜ੍ਹਾ ਜਿਹਾ ਅੱਗੇ ਥੋੜ੍ਹੇ ਦੂਰ ਦੇ ਹੁੰਦੇ ਆ। ਜਿਹੜੇ ਪ੍ਰਾਇਮਰੀ ਰਿਲੇਸ਼ਨ ਨੇ ਬਿਲਕੁਲ ਨੇੜੇ ਦੇ ਆ, ਇਹ ਨੇੜੇ ਤੇ ਹੈਗੇ ਆ ਬਟ ਥੋੜ੍ਹੇ ਦੂਰ ਤੇ ਆ। ਇਸ ਦੇ ਵਿੱਚ ਟੋਟਲ 33 ਰਿਸ਼ਤੇ ਸ਼ਾਮਲ ਕੀਤੇ ਗਏ ਨੇ। ਠੀਕ ਹੈ, ਸੈਕੰਡਰੀ ਰਿਲੇਸ਼ਨਸ਼ਿਪ ਦੇ ਵਿੱਚ ਰਿਲੇਸ਼ਨਸ ਦੇ ਵਿੱਚ 33 ਰਿਸ਼ਤਿਆਂ ਨੂੰ ਜਿਹੜਾ ਹੈਗਾ ਰੱਖਿਆ ਗਿਆ। ਸੈਕੰਡਰੀ ਰਿਲੇਸ਼ਨਸ ਦੇ ਵਿੱਚ ਜਿਹੜੇ ਹੈਗੇ ਨੇ ਇਹ ਨੇੜੇ ਦੇ ਰਿਸ਼ਤੇ ਹੁੰਦੇ ਆ ਬਟ ਇੰਨੇ ਨੇੜੇ ਦੇ ਨਹੀਂ ਹੁੰਦੇ ਕਿ ਅਸੀਂ ਬਲੱਡ ਰਿਲੇਸ਼ਨਸ ਕਹੀਏ। ਬਲੱਡ ਰਿਲੇਸ਼ਨਸ ਦੀ ਇੱਕ ਰਿਸ਼ਤੇ ਤੋਂ ਅੱਗੇ ਬਣਨ ਵਾਲੇ ਰਿਸ਼ਤੇ ਇਸ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਨੇ, ਜਿਵੇਂ ਕਿ ਫਾਦਰਸ ਬ੍ਰਦਰ, ਪਿਤਾ ਦਾ ਭਰਾ, ਮਦਰ ਸਿਸਟਰ, ਮਾਤਾ ਦੀ ਭੈਣ, ਸਿਸਟਰਸ ਹਸਬੈਂਡ, ਬ੍ਰਦਰਸ ਵਾਈਫ। ਇਹ ਜਿਹੜੇ ਰਿਸ਼ਤੇ ਆ ਜਾਂਦੇ ਨੇ ਇਹਨਾਂ ਨੂੰ ਅਸੀਂ ਸੈਕੰਡਰੀ ਰਿਲੇਸ਼ਨਸ ਦੇ ਵਿੱਚ ਰੱਖਦੇ ਹਾਂ। ਨੈਕਸਟ ਜਿਹੜੇ ਰਿਲੇਸ਼ਨ ਆ ਜਾਂਦਾ ਹੈ ਟੈਰੀਟਰੀ ਕਿਨਸ, ਤੀਜੇ ਤਰ੍ਹਾਂ ਦੇ ਰਿਸ਼ਤੇ। ਠੀਕ ਹੈ, ਇਹਨਾਂ ਦੇ ਵਿੱਚ ਅਸੀਂ ਪ੍ਰਾਇਮਰੀ ਸੈਕੰਡਰੀ ਰਿਲੇਸ਼ਨਸ ਨੂੰ ਸ਼ਾਮਿਲ ਕਰਦੇ ਹਾਂ ਅਤੇ ਉਸ ਤੋਂ ਇਲਾਵਾ ਅਦਰ ਰਿਲੇਸ਼ਨਸ ਜਿਹੜੇ ਹੈਗੇ ਨੇ ਉਹਨਾਂ ਨੂੰ ਇਸ ਦੇ ਵਿੱਚ ਅਸੀਂ ਐਡ ਕਰ ਲੈਂਦੇ ਹਾਂ। ਇਹ ਇਹਨਾਂ ਦੀ ਜਿਹੜੀ ਟੋਟਲ ਕਾਊਂਟਿੰਗ ਹੁੰਦੀ ਹੈ 151 ਰਿਲੇਸ਼ਨਸ ਇਹਦੇ ਵਿੱਚ ਇਨਕਲੂਡ ਕੀਤੇ ਜਾਂਦੇ ਨੇ। ਮਾਰਡਕ ਜਿਹੜਾ ਹੈਗਾ ਇਹਨੇ ਡਿਫਰੈਂਟ ਕਲਾਸੀਫਿਕੇਸ਼ਨ ਕੀਤੀ ਹੈ। ਫਸਟ ਜਿਹੜਾ ਹੈਗਾ ਪ੍ਰਾਇਮਰੀ ਰਿਲੇਸ਼ਨਸ ਦੇ ਵਿੱਚ ਉਹਨਾਂ ਨੇ ਕਿਹਾ ਕਿ 8 ਤਰ੍ਹਾਂ ਦੇ ਰਿਸ਼ਤੇ ਹੁੰਦੇ ਨੇ। ਸੈਕੰਡਰੀ ਰਿਲੇਸ਼ਨ ਦੇ ਵਿੱਚ ਮਾਰਡਕ ਨੇ ਕਿਹਾ ਕਿ 33 ਤਰ੍ਹਾਂ ਦੇ ਰਿਲੇਸ਼ਨਸ ਹੁੰਦੇ ਨੇ। ਟੈਰੀਟਰੀ ਕਿਨਸ਼ਿਪ ਦੇ ਵਿੱਚ ਉਹਨੇ ਕਿਹਾ ਕਿ 151 ਟਾਈਪਸ ਹੁੰਦੀਆਂ ਨੇ ਰਿਲੇਸ਼ਨਸ ਦੀਆਂ। ਹੁਣ ਇੱਥੇ ਜਿਹੜਾ ਹੈਗਾ ਅੱਗੇ ਜਿੰਨੇ ਵੀ ਰਿਸ਼ਤੇ ਜਿਵੇਂ ਹੈਗਾ ਜਿਵੇਂ ਇਸ ਦੇ ਵਿੱਚ ਬ੍ਰਦਰ ਇਨ ਲॉ ਹੈਗਾ ਹੈ ਨਾ, ਬ੍ਰਦਰ ਇਨ ਲॉ ਦੀ ਵਾਈਫ ਹੈਗੀ ਹੈ, ਸਿਸਟਰ ਇਨ ਲॉ ਹੈਗੀ ਹੈ, ਬ੍ਰਦਰ ਇਨ ਲॉ ਹੈਗਾ,
ਇਹ ਡਿਫਰੈਂਟ ਜਿਹੜੇ ਰਿਸ਼ਤੇ ਹੈਗੇ ਨੇ ਉਹਨਾਂ ਨੂੰ ਇਹਦੇ ਵਿੱਚ ਜਿਹੜਾ ਹੈਗਾ ਰੱਖਿਆ ਜਾਂਦਾ ਹੈ। ਇੱਕ ਰਿਸ਼ਤੇ ਤੋਂ ਅੱਗੇ ਕਿੰਨੇ ਰਿਸ਼ਤੇ ਜਿਹੜੇ ਹੈਗੇ ਨੇ ਉਹਨਾਂ ਸਭ ਨੂੰ ਇਹਦੇ ਵਿੱਚ ਕੰਸੀਡਰ ਕੀਤਾ ਜਾਂਦਾ ਹੈ। ਇਹ ਡਿਫਰੈਂਟ ਕਲਾਸੀਫਿਕੇਸ਼ਨ ਹੈਗੀ ਹੈ ਕਿਨਸ਼ਿਪ ਦੀ। ਨੈਕਸਟ ਜਿਹੜਾ ਹੈਗਾ ਰੇਂਜ ਆਫ ਕਿਨਸ਼ਿਪ। ਰੈਡਕਲਿਫ ਬਰਾਊਨ ਨੇ ਕਿਨਸ਼ਿਪ ਦੀ ਰੇਂਜ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਹੈਗੇ ਨੇ, ਨੈਰੋ ਰੇਂਜ ਦੇ ਰਿਸ਼ਤੇ ਹੈਗੇ ਨੇ, ਬ੍ਰੌਡ ਰੇਂਜ ਦੇ ਰਿਸ਼ਤੇ ਹੈਗੇ ਨੇ। ਨੈਰੋ ਰੇਂਜ ਦੇ ਰਿਸ਼ਤੇ ਦੇ ਵਿੱਚ ਜਿਹੜਾ ਹੈਗਾ ਕੁਛ ਲਿਮਟਡ ਰਿਲੇਸ਼ਨਸ ਨੂੰ ਹੀ ਰੱਖਿਆ ਜਾਂਦਾ ਹੈ, ਕੁਛ ਨੇੜੇ ਦੇ ਰਿਲੇਸ਼ਨਸ ਨੂੰ ਹੀ ਰੱਖਿਆ ਜਾਂਦਾ ਹੈ। ਬ੍ਰੌਡ ਰੇਂਜ ਦੇ ਜਿਹੜੇ ਰਿਸ਼ਤੇ ਹੈਗੇ ਨੇ, ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਅਸੀਂ ਉਸ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਜਿੰਨੇ ਵੀ ਰਿਸ਼ਤੇ ਹੈਗੇ ਨੇ ਜਿਵੇਂ 151 ਰਿਲੇਸ਼ਨਸ ਤੱਕ ਜਿਹੜੇ ਹੈਗੇ ਨੇ ਉਹਨਾਂ ਨੂੰ ਕੰਸੀਡਰ ਕੀਤਾ ਜਾਂਦਾ ਹੈ। ਨੈਰੋ ਰੇਂਜ ਦੇ ਜਿਹੜੇ ਰਿਲੇਸ਼ਨਸ ਦੇ ਫੈਮਲੀਜ਼ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਉਹ ਵੈਸਟਰਨ ਸੋਸਾਇਟੀ ਦੇ ਵਿੱਚ ਮਿਲਣਗੀਆਂ, ਜਿੱਥੇ ਕਿ ਲਿਮਟਡ ਜਿਹੜਾ ਏਰੀਆ ਹੈਗਾ ਉੱਥੇ ਤੱਕ ਹੀ ਲੋਕ ਇੰਟਰੈਕਸ਼ਨ ਰੱਖਦੇ ਨੇ, ਸੋਸ਼ਲ ਰਿਲੇਸ਼ਨ ਰੱਖਦੇ ਨੇ। ਇਸ ਦੇ ਕੰਪੈਰੀਟਿਵਲੀ ਅਸੀਂ ਜੇ ਏਸ਼ੀਅਨ ਸੋਸਾਇਟੀਜ਼ ਦੀ ਗੱਲ ਕਰੀਏ, ਇੰਡੀਆ ਦੀ ਗੱਲ ਕਰੀਏ, ਚਾਈਨਾ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਹੈਗੇ ਸਾਨੂੰ ਬ੍ਰੌਡ ਰੇਂਜ ਦੇ ਜਿਹੜੇ ਰਿਲੇਸ਼ਨਸ ਦੇਖਣ ਨੂੰ ਮਿਲ ਜਾਣਗੇ। ਇਹ ਤਾਂ ਸੀ ਰੇਂਜਸ ਕਿ ਨੇੜੇ ਦੇ ਰਿਸ਼ਤੇ ਆ ਜਾਂ ਦੂਰ ਦੇ ਰਿਸ਼ਤੇ ਹੈਗੇ ਆ, ਠੀਕ ਹੈ। ਨੈਕਸਟ ਜਿਹੜਾ ਹੈਗਾ ਕਿਨਸ਼ਿਪ ਯੂਜ਼ਸ। ਕਿਨਸ਼ਿਪ ਯੂਜ਼ਸ ਦਾ ਕੀ ਹੈ ਕਿ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੋਸਾਇਟੀ ਹੈਗੇ ਆ ਟ੍ਰੈਡੀਸ਼ਨਲ ਟਾਈਮ ਤੋਂ ਮਾਡਰਨ ਸੋਸਾਇਟੀਜ਼ ਤੱਕ ਡਿਫਰੈਂਟ ਤਰ੍ਹਾਂ ਦੇ ਕਿਨਸ਼ਿਪ ਜਿਹੜੀ ਹੈਗੀ ਸਾਨੂੰ ਦੇਖਣ ਨੂੰ ਮਿਲਦੀ ਹੈ। ਮੇਨ ਜਿਹੜੇ ਹੈਗੇ ਨੇ ਇਹਨਾਂ ਦੇ ਦੋ ਜਿਹੜੇ ਪੱਖ ਦੇਖੇ ਗਏ ਆ। ਇੱਕ ਰਿਸ਼ਤੇ ਉਹ ਹੁੰਦੇ ਨੇ ਜਿਹੜੇ ਫਾਦਰ ਸਾਈਡ ਤੋਂ ਜੁੜਦੇ ਆ, ਦੂਜੇ ਰਿਸ਼ਤੇ ਉਹ ਹੁੰਦੇ ਨੇ ਜਿਹੜੇ ਮਦਰ ਸਾਈਡ ਤੋਂ ਜੁੜਦੇ ਆ। ਇਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਮਦਰ ਸਾਈਡ ਤੋਂ ਫਾਦਰ ਸਾਈਡ ਤੋਂ ਜੁੜਨ ਵਾਲੇ ਜਿਹੜੇ ਰਿਸ਼ਤੇ ਹੈਗੇ ਨੇ, ਹਰ ਰਿਸ਼ਤੇ ਨਾਲ ਸਾਡਾ ਬਿਹੇਵੀਅਰ ਜਿਹੜਾ ਵੱਖਰਾ ਹੋਏਗਾ, ਉਸ ਨਾਲ ਜਿਹੜੇ ਸੋਸ਼ਲ ਰਿਲੇਸ਼ਨਸ ਵੱਖਰੀ ਤਰ੍ਹਾਂ ਦੇ ਹੋਣਗੇ। ਉਹਨਾਂ ਨੂੰ ਜਿਹੜਾ ਹੈਗਾ ਕੰਟਰੋਲ ਕਰਨ ਦੇ ਲਈ, ਉਹਨਾਂ ਨੂੰ ਉਹਨਾਂ ਦੇ ਰੂਲਸ ਦੇ ਵਿੱਚ ਰੱਖਣ ਦੇ ਲਈ, ਹੈ ਨਾ, ਲਿਮਟਸ ਦੇ ਵਿੱਚ ਰੱਖਣ ਦੇ ਲਈ ਡਿਫਰੈਂਟ ਤਰ੍ਹਾਂ ਦੇ ਨੋਰਮਸ ਵੈਲਿਊਜ਼ ਜਿਹੜੀ ਹੈਗੇ ਨੇ ਡਿਫਰੈਂਟ ਸੋਸਾਇਟੀ ਦੇ ਵਿੱਚ ਸਾਨੂੰ ਮਿਲ ਜਾਣਗੀਆਂ। ਇਸ ਤੋਂ ਇਲਾਵਾ ਜਿਹੜਾ ਅਸੀਂ ਦੇਖਦੇ ਹਾਂ ਕਿ ਕਿਨਸ਼ਿਪ ਯੂਜ਼ਸ ਦੇ ਬੇਸ 'ਤੇ ਡਿਫਰੈਂਟ ਤਰ੍ਹਾਂ ਦੇ ਜਿਹੜੇ ਰਿਸ਼ਤੇ ਸਾਨੂੰ ਦੇਖਣ ਨੂੰ ਮਿਲਣਗੇ, ਚਾਹੇ ਉਹ ਉਹਨਾਂ ਦੇ ਵਿੱਚੋਂ ਕੁਛ ਰਿਸ਼ਤੇ ਹੋਣਗੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਥੋੜ੍ਹਾ ਅਵੋਇਡ ਕਰਕੇ ਰੱਖਣਾ ਹੁੰਦਾ ਹੈ। ਕੁਛ ਇਸ ਤਰ੍ਹਾਂ ਦੇ ਰਿਸ਼ਤੇ ਹੁੰਦੇ ਨੇ ਜਿਹੜੇ ਜੋਕਿੰਗ ਰਿਲੇਸ਼ਨਸ਼ਿਪ ਅਸੀਂ ਕਹਿੰਦੇ ਹਾਂ। ਕੁਛ ਇਸ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਅਸੀਂ ਕਿਨਸ਼ਿਪ ਦੇ ਬੇਸਿਸ 'ਤੇ ਰਿਲੇਸ਼ਨਸ ਦੀ ਗੱਲ ਕਰਾਂਗੇ। ਅਵੋਇਡੈਂਸ ਦੇ ਵਿੱਚ ਜਿਹੜੇ ਰਿਲੇਸ਼ਨਸ ਆ ਜਾਂਦੇ ਨੇ ਉਸ ਦੇ ਵਿੱਚ ਜਿਹੜੇ ਕੁਛ ਰਿਸ਼ਤੇ ਨੇ ਜਿਹੜੇ, ਜਿਵੇਂ ਲੋਇਸ ਨੇ ਆਪਣੀ ਬੁੱਕ ਪ੍ਰਿਮਿਟਿਵ ਸੋਸਾਇਟੀਜ਼ ਦੇ ਵਿੱਚ ਦੱਸਿਆ ਕਿ ਕੁਛ ਰਿਸ਼ਤੇ ਨੇ ਜਿਨ੍ਹਾਂ ਨੂੰ ਇਹ ਜਿਹੜੇ ਆਪਣੇ ਆਪ ਨੂੰ ਇੱਕ ਦੂਜੇ ਤੋਂ ਅਵੋਇਡ ਕਰਦੇ ਨੇ, ਆਮਣੇ ਸਾਹਮਣੇ ਜਿਹੜੇ ਨਹੀਂ ਆਉਂਦੇ, ਫੇਸ ਟੂ ਫੇਸ ਇੰਟਰੈਕਸ਼ਨ ਨਹੀਂ ਹੁੰਦੀ, ਸੋਸ਼ਲ ਜਿਹੜੀ ਇੰਟਰੈਕਸ਼ਨ ਉਹਨਾਂ ਦੇ ਵਿੱਚ ਨਹੀਂ ਹੁੰਦੀ, ਥੋੜ੍ਹਾ ਡਿਸਟੈਂਸ ਬਣਾ ਕੇ ਰੱਖਦੇ ਨੇ। ਉਸ ਦੇ ਵਿੱਚ ਜਿਹੜੇ ਰਿਸ਼ਤੇ ਆ ਜਾਂਦੇ ਆ ਉਹਨਾਂ ਦੇ ਵਿੱਚੋਂ ਜਿਵੇਂ ਡਾਟਰ ਇਨ ਲਾਅ ਹੈਗੀ ਹੈ ਅਤੇ ਫਾਦਰ ਇਨ ਲਾਅ ਹੈਗਾ। ਨੂੰਹ ਅਤੇ ਸਹੁਰੇ ਦੇ ਵਿਚਕਾਰ ਜਿਹੜਾ ਰਿਸ਼ਤਾ ਹੁੰਦਾ ਹੈ ਉਹ ਥੋੜ੍ਹਾ ਅਵੋਇਡ ਕਰਨ ਵਾਲੇ ਰਿਸ਼ਤੇ ਹੁੰਦੇ ਆ। ਇਸ ਤੋਂ ਇਲਾਵਾ ਮਦਰ ਇਨ ਲਾਅ ਅਤੇ ਜਿਹੜਾ ਸਨ ਇਨ ਲਾਅ ਹੈਗੇ ਆ ਉਹਨਾਂ ਦੇ ਵਿੱਚ ਵੀ ਜਿਹੜੇ ਰਿਸ਼ਤੇ ਹੁੰਦੇ ਨੇ ਥੋੜ੍ਹੇ ਡਿਸਟੈਂਸ ਵਾਲੇ ਹੁੰਦੇ ਨੇ, ਇੱਕ ਦੂਜੇ ਨੂੰ ਥੋੜ੍ਹਾ ਅਵੋਇਡ ਕਰਦੇ ਨੇ। ਟ੍ਰੈਡੀਸ਼ਨਲ ਟਾਈਮ ਤੋਂ ਹੁਣ ਤੱਕ ਜੇ ਅਸੀਂ ਦੇਖੀਏ ਸੋਸਾਇਟੀਜ਼ ਦੇ ਵਿੱਚ ਇਸ ਤਰ੍ਹਾਂ ਦੀ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ। ਟਰਾਈਬਲ ਸੋਸਾਇਟੀਜ਼ ਦੇ ਵਿੱਚ ਇਹ ਜਿਹੜੇ ਰੂਲ ਹੈਗੇ ਨੇ ਹੋਰ ਵੀ ਜ਼ਿਆਦਾ ਸਟ੍ਰਿਕਟਲੀ ਫੋਲੋ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ ਜੋਕਿੰਗ ਰਿਲੇਸ਼ਨਸ਼ਿਪ, ਜਿਹਦੇ ਵਿੱਚ ਇੱਕ ਦੂਜੇ ਨਾਲ ਹਾਸਾ ਮਖੌਲ ਜਿਹੜਾ ਕਰਨ ਵਾਲੇ ਰਿਸ਼ਤੇ ਆ ਜਾਂਦੇ ਨੇ। ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਹੈਗੇ ਨੇ ਇਹ ਜਿਹੜੇ ਅਵੋਇਡੈਂਸ ਵਾਲੇ ਰਿਲੇਸ਼ਨ ਹੈਗੇ ਨੇ ਉਹਨਾਂ ਦੇ ਉਲਟ ਹੈਗੇ ਨੇ, ਓਪੋਜਿਟ ਹੈਗੇ ਨੇ। ਇੱਥੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਰਿਸ਼ਤੇ ਸ਼ਾਮਿਲ ਕੀਤੇ ਜਾਂਦੇ ਨੇ ਜੋਕਿੰਗ ਰਿਲੇਸ਼ਨਸ਼ਿਪ ਦੇ ਵਿੱਚ, ਜਿਹੜੇ ਕਿ ਇੱਕ ਦੂਜੇ ਨੂੰ ਹਾਸਾ ਮਖੌਲ ਕਰ ਸਕਦੇ ਨੇ, ਜਿਹਦੇ ਵਿੱਚ ਬ੍ਰਦਰ ਇਨ ਲਾਅ ਅਤੇ ਸਿਸਟਰ ਜਿਹੜੀ ਬਰਾਈਡ ਹੈਗੀ ਆ ਉਹਦੀ ਸਿਸਟਰ ਇੱਕ ਦੂਜੇ ਨਾਲ, ਜਿਵੇਂ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਲੀ ਦਾ ਅਤੇ ਜੀਜੇ ਦਾ ਜਿਹੜਾ ਰਿਸ਼ਤਾ ਹੈਗਾ, ਦੇਵਰ ਦਾ ਅਤੇ ਭਰਜਾਈ ਦਾ ਜਿਹੜਾ ਰਿਸ਼ਤਾ ਹੈਗਾ, ਉਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਜੋਕਿੰਗ ਰਿਲੇਸ਼ਨਸ਼ਿਪ ਹੁੰਦੀ ਹੈ। ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਇੱਕ ਦੂਜੇ ਨੂੰ ਹਾਸਾ ਮਖੌਲ ਜਿਹੜਾ ਹੈਗਾ ਕਰ ਸਕਦੇ ਨੇ।
ਨੈਕਸਟ ਜਿਹੜਾ ਹੈਗਾ ਟੈਕਨੋਮੀ ਰਿਲੇਸ਼ਨਸ ਆ ਜਾਂਦੇ ਨੇ। ਟੈਕਨੋਮੀ ਰਿਲੇਸ਼ਨਸ ਦੇ ਵਿੱਚ ਅਸੀਂ ਉਹਨਾਂ ਰਿਲੇਸ਼ਨਸ ਨੂੰ ਸ਼ਾਮਿਲ ਕਰਦੇ ਹਾਂ। ਈਵੀ ਟੇਲਰ ਜਿਹੜਾ ਹੈਗਾ ਉਸਨੇ ਟੈਕਨੋਮੀ ਰਿਲੇਸ਼ਨਸ ਦੀ ਗੱਲ ਕੀਤੀ ਹੈ। ਇਸ ਦੇ ਵਿੱਚ ਜਿਵੇਂ ਸੁਸਾਇਟੀਜ਼ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜੀ ਵਾਈਫ ਹੈਗੀ ਉਹ ਆਪਣੇ ਹਸਬੈਂਡ ਨੂੰ ਉਸ ਦਾ ਨਾਂ ਲੈ ਕੇ ਨਹੀਂ ਬੁਲਾਉਂਦੀ। ਮੈਕਸੀਮਮ ਟਾਈਮ 'ਤੇ ਇਹ ਜਿਹੜਾ ਦੇਖਣ ਨੂੰ ਮਿਲਦਾ ਕਿ ਉਹ ਜੇਕਰ ਆਪਣੇ ਹਸਬੈਂਡ ਨੂੰ ਬੁਲਾਉਂਦੀ ਹੈ ਤਾਂ ਆਪਣੇ ਬੱਚਿਆਂ ਦਾ ਨਾਂ ਲੈ ਕੇ ਉਸ ਨੂੰ ਬੁਲਾਉਂਦੀ ਹੈ। ਇਸ ਤਰ੍ਹਾਂ ਜਿਹੜਾ ਹੈਗਾ ਇਸ ਤਰ੍ਹਾਂ ਦੇ ਰਿਸ਼ਤੇ ਨੂੰ ਟੈਕਨੋਮੀ ਰਿਲੇਸ਼ਨਸ ਕਿਹਾ ਜਾਂਦਾ ਹੈ। ਐਵੀਕੂਲੇਟ ਰਿਲੇਸ਼ਨਸ ਦੇ ਵਿੱਚ ਵੀ ਜਿਹੜਾ ਹੈਗਾ ਡਿਫਰੈਂਟ ਤਰ੍ਹਾਂ ਦੇ ਰਿਲੇਸ਼ਨਸ਼ਿਪ ਅਸੀਂ ਦੇਖਦੇ ਹਾਂ। ਐਵੀਕੂਲੇਟ ਕਿਨਸ਼ਿਪ ਦੇ ਵਿੱਚ ਜਿਹੜਾ ਹੈਗਾ ਮੈਟਰਾਰਕੀਅਲ ਰਿਲੇਸ਼ਨਸ ਹੁੰਦੇ ਨੇ। ਇੱਥੇ ਜਿਹੜੇ ਰਿਸ਼ਤੇ ਹੈਗੇ ਨੇ ਮਾਮੇ ਜਿਹੜੇ ਹੈਗੇ ਨੇ ਉਸ ਦੇ ਜਿਹੜੇ ਭਾਂਜਾ ਜਾਂ ਭਾਂਜੀ ਹੁੰਦੇ ਨੇ ਉਹਨਾਂ ਦੇ ਰਿਲੇਸ਼ਨਸ ਅਲੱਗ ਤਰ੍ਹਾਂ ਡੋਮੀਨੇਟਿਵ ਰਿਲੇਸ਼ਨਸ ਹੁੰਦੇ ਨੇ। ਇੱਥੇ ਜਿਹੜਾ ਹੈਗਾ ਫੈਮਿਲੀ ਦਾ ਜਿਹੜਾ ਹੈਡ ਹੁੰਦਾ ਉਹ ਮਾਮਾ ਹੁੰਦਾ। ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਹੈਗੇ ਨੇ ਉਸਨੂੰ ਐਵੀਕੂਲੇਟ ਰਿਲੇਸ਼ਨ ਜਾਂ ਐਵੀਕੂਲੇਟ ਕਿਨਸ਼ਿਪ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਸਾਰੇ ਜਿਹੜੀ ਅਥਾਰਟੀਜ਼ ਹੈਗੀਆਂ ਨੇਗੀਆਂ, ਪਾਵਰਸ ਹੈਗੀਆਂ ਨੇਗੀਆਂ ਫੈਮਿਲੀ ਦੇ ਵਿੱਚ ਡਿਸੀਜ਼ਨ ਲੈਣ ਦੇ ਜੋ ਵੀ ਇੱਕ ਹੈਡ ਦੇ ਕੰਮ ਹੁੰਦੇ ਨੇ, ਫੈਮਿਲੀ ਹੈਡ ਕੰਮ ਕਰਦਾ ਉਹ ਸਾਰੇ ਜਿਹੜਾ ਹੈਗਾ ਮਾਮੇ ਨੂੰ ਉਹ ਅਥਾਰਟੀ ਹੁੰਦੀ ਹੈ। ਇਮੀਡੀਏਟ ਕਿਨਸ਼ਿਪ ਹੁੰਦੀ ਹੈ। ਇਹ ਜਿਹੜੀ ਹੈਗੀ ਹੈ ਐਵੀਕੂਲੇਟ ਕਿਨਸ਼ਿਪ ਦੇ ਬਿਲਕੁਲ ਅਗੇਂਸਟ ਹੁੰਦੀ ਹੈ। ਇੱਥੇ ਜਿਹੜੇ ਇਸ ਤਰ੍ਹਾਂ ਦੇ ਕਿਨਸ਼ਿਪ ਇਮੀਡੀਏਟ ਕਿਨਸ਼ਿਪ ਜਿਹੜੀ ਹੈਗੀ ਹੈ ਇੱਥੇ ਜਿਹੜਾ ਫਾਦਰ ਹੈਗਾ, ਫਾਦਰ ਦੀ ਸਿਸਟਰ ਦਾ ਇੰਪੋਰਟੈਂਟ ਰੋਲ ਹੁੰਦਾ ਹੈ। ਸਾਰਿਆਂ ਤੋਂ ਜ਼ਿਆਦਾ ਹਾਈ ਅਥਾਰਟੀ ਉਸਦੇ ਕੋਲ ਹੁੰਦੀ ਹੈ, ਹਾਈ ਪੋਜੀਸ਼ਨ ਫੈਮਿਲੀ ਦੇ ਵਿੱਚ ਉਸਦੇ ਕੋਲ ਹੁੰਦੀ ਹੈ। ਜੋ ਵੀ ਡਿਸੀਜ਼ਨ ਲਏ ਜਾਂਦੇ ਨੇ ਉਹ ਜਿਹੜੇ ਫਾਦਰ ਹੈਗਾ, ਫਾਦਰ ਦੀ ਸਿਸਟਰ ਜਾਨੀ ਕਿ ਭੂਆ ਜਿਹੜੀ ਹੁੰਦੀ ਹੈ ਉਸ ਦੁਆਰਾ ਲਏ ਜਾਂਦੇ ਨੇ। ਇਸ ਤਰ੍ਹਾਂ ਦੇ ਜਿਹੜੇ ਕਿਨਸ਼ਿਪ ਦੇਖਣ ਨੂੰ ਮਿਲਦੀ ਆ ਉਹ ਟਰਾਈਬਲ ਏਰੀਆ ਦੇ ਵਿੱਚ ਮਿਲਦੀ ਹੈ ਕਿ ਕਬੀਲਿਆਂ ਦੇ ਵਿੱਚ ਇਸ ਤਰ੍ਹਾਂ ਦੇ ਰਿਸ਼ਤੇ ਨਾਤੇ ਦੇਖ ਸਕਦੇ ਹਾਂ ਅਸੀਂ। ਹਾਂਜੀ, ਇਹ ਤਾਂ ਸੀਗੇ ਟਾਈਪਸ ਆਫ ਕਿਨਸ਼ਿਪ, ਕਲਾਸੀਫਿਕੇਸ਼ਨ ਆਫ ਕਿਨਸ਼ਿਪ ਤੇ ਯੂਜ਼ਸ ਆਫ ਕਿਨਸ਼ਿਪ। ਨੈਕਸਟ ਜਿਹੜਾ ਹੈਗਾ ਫੰਕਸ਼ਨਸ ਆਫ ਕਿਨਸ਼ਿਪ। ਕਿਨਸ਼ਿਪ ਦੇ ਫੰਕਸ਼ਨ ਕੀ ਨੇ? ਕਿਨਸ਼ਿਪ ਜਿਹੜੀ ਹੈਗੀ ਸੋਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਟ੍ਰੈਡੀਸ਼ਨਲ ਟਾਈਮ ਤੋਂ ਮਾਡਰਨ ਟਾਈਮ ਤੱਕ ਇੰਪੋਰਟੈਂਟ ਜਿਹੜੀ ਰੋਲ ਰਿਹਾ ਕਿਨਸ਼ਿਪ ਦਾ ਸੋਸਾਇਟੀ ਨੂੰ ਗਰੋ ਕਰਨ ਦੇ ਲਈ, ਡਿਵੈਲਪ ਕਰਨ ਦੇ ਲਈ, ਇੱਕ ਕਲਚਰ ਨੂੰ ਅੱਗੇ ਜਿਹੜਾ ਹੈਗਾ ਇੱਕ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਤੱਕ ਟਰਾਂਸਫਰ ਕਰਨ ਦੇ ਲਈ। ਇੱਥੇ ਮੇਨ ਫੰਕਸ਼ਨ ਜਿਹੜੇ ਹੈਗੇ ਨੇ ਟਰਾਂਸਮਿਸ਼ਨ ਆਫ ਸਟੇਟਸ ਐਂਡ ਪ੍ਰੋਪਰਟੀ। ਹੁਣ ਜਿਹੜੇ ਕਿਨਸ਼ਿਪ ਦੇ ਬੇਸਿਸ 'ਤੇ ਜਿਹੜਾ ਹੈਗੀ ਹੈ ਇੱਕ ਫੈਮਿਲੀ ਦੇ ਵਿੱਚ ਉਸ ਦੀ ਅਗਲੀ ਜਨਰੇਸ਼ਨ ਨੂੰ ਜਿਹੜਾ ਪ੍ਰੋਪਰਟੀ ਹੈਗੀ ਹੈ, ਸਟੇਟਸ ਹੈਗਾ ਉਹ ਟਰਾਂਸਫਰ ਹੁੰਦਾ ਹੈ। ਕਿਉਂਕਿ ਜੇ ਕਿਨਸ਼ਿਪ ਨੂੰ ਨਾ ਦੇਖਿਆ ਜਾਵੇ ਤਾਂ ਪ੍ਰੋਪਰਟੀ ਜਾਂ ਇੱਕ ਫੈਮਿਲੀ ਦਾ ਸਟੇਟਸ ਕਿਸ ਨੂੰ ਜਿਹੜਾ ਟਰਾਂਸਫਰ ਹੋਏਗਾ। ਹਰ ਕੋਈ ਫੈਮਿਲੀ ਦੇ ਵਿੱਚ ਜੇਕਰ ਕੋਈ ਕਿਨਸ਼ਿਪ ਹੈਗੀ ਹੈ, ਰਿਸ਼ਤੇ ਨਾਤੇ ਹੈਗੇ ਨੇ, ਉਹਨਾਂ ਦੇ ਕਲੋਜ਼ ਰਿਲੇਸ਼ਨਸ ਹੈਗੇ ਨੇ, ਹੈ ਨਾ, ਉਸ ਦੇ ਬੇਸਿਸ 'ਤੇ ਜਿਹੜਾ ਹੈਗਾ ਹਰ ਕੋਈ ਆਪਣਾ ਸਟੇਟਸ ਜਿਹੜਾ ਹੈਗਾ ਆਪਣੀ ਫੈਮਿਲੀ ਸਟੇਟਸ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਦਿੰਦਾ ਅਤੇ ਪ੍ਰੋਪਰਟੀ ਜਿਹੜੀ ਹੈਗੀ ਉਹ ਵੀ ਆਪਣੇ ਬੱਚਿਆਂ ਨੂੰ ਦਿੰਦਾ। ਇਹ ਕਿਨਸ਼ਿਪ ਜਿਹੜੀ ਹੈਗੀ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਇੱਕ ਇੰਪੋਰਟੈਂਟ ਫੰਕਸ਼ਨ ਹੈਗਾ ਸੋਸਾਇਟੀ ਦੇ ਵਿੱਚ ਕਿਨਸ਼ਿਪ ਦਾ। ਨੈਕਸਟ ਜਿਹੜਾ ਹੈਗਾ ਇਸ ਤੋਂ ਇਲਾਵਾ ਸੋਸ਼ਲਾਈਜੇਸ਼ਨ ਦਾ ਪ੍ਰੋਸੈਸ ਵੀ ਜਿਹੜਾ ਹੈਗਾ ਕਿਨਸ਼ਿਪ ਦੇ ਬੇਸਿਸ 'ਤੇ ਹੀ ਹੁੰਦਾ ਹੈ, ਕਿਉਂਕਿ ਸੋਸ਼ਲਾਈਜੇਸ਼ਨ ਜਿਹੜੀ ਹੈਗੀ ਹੈ ਬੱਚਿਆਂ ਦੀ ਉਹ ਫੈਮਿਲੀ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ। ਫੈਮਿਲੀ ਦੇ ਵਿੱਚ ਜਿਹੜੇ ਲੋਕ ਨਾਲ ਰਹਿ ਰਹੇ ਹੁੰਦੇ ਨੇ ਉਹ ਉਹਦੇ ਬਲੱਡ ਰਿਲੇਸ਼ਨਸ ਦੇ ਵਿੱਚੋਂ ਹੁੰਦੇ ਨੇ। ਹਰ ਕਿਸੇ ਦੇ ਆਪਸ ਦੇ ਵਿੱਚ ਬਲੱਡ ਰਿਲੇਸ਼ਨਸ ਹੁੰਦੇ ਨੇ, ਇਸੇ ਕਰਕੇ ਹਰ ਕੋਈ ਇੱਕ ਦੂਜੇ ਦੀ ਕੇਅਰ ਕਰ ਰਿਹਾ ਹੁੰਦਾ ਅਤੇ ਲਰਨਿੰਗ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਸ਼ੁਰੂ ਹੁੰਦਾ ਫੈਮਿਲੀ ਤੋਂ। ਇਸੇ ਤਰ੍ਹਾਂ ਕਿਨਸ਼ਿਪ ਜਿਹੜਾ ਹੈਗਾ ਇੱਕ ਇੰਪੋਰਟੈਂਟ ਫੰਕਸ਼ਨ ਜਿਹੜਾ ਹੈਗਾ ਉਹ ਸੋਸ਼ਲਾਈਜੇਸ਼ਨ ਦਾ ਪ੍ਰੋਸੈਸ ਹੈਗਾ, ਇਹ ਵੀ ਕਿਨਸ਼ਿਪ ਦੇ ਦੁਆਰਾ ਹੀ ਕੀਤਾ ਜਾਂਦਾ। ਇਸ ਤੋਂ ਇਲਾਵਾ ਅਸੀਂ ਇਹ ਦੇਖਦੇ ਹਾਂ ਕਿ ਕਿਨਸ਼ਿਪ ਜਿਹੜੀ ਹੈਗੀ ਹੈ ਟਰਾਂਸਮਿਸ਼ਨ ਆਫ ਕਲਚਰ। ਕਿਨਸ਼ਿਪ ਦੇ ਬੇਸਿਸ 'ਤੇ ਜਿਹੜਾ ਹੈਗਾ ਟਰਾਂਸਮਿਸ਼ਨ ਆਫ ਕਲਚਰ ਹੁੰਦਾ ਹੈ।
ਕਲਚਰ ਨੂੰ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ ਫੈਮਿਲੀ ਹੀ ਜਿਹੜੀ ਹੈਗੀ ਹੈ ਟਰਾਂਸਫਰ ਕਰਦੀ ਹੈ। ਅੱਜ ਸਾਡਾ ਕਲਚਰ ਅੱਜ ਸਾਡੇ ਕੋਲ ਹੈਗਾ, ਉਹ ਸਾਡੇ ਜਿਹੜੇ ਸਾਡੇ ਤੋਂ ਓਲਡ ਜਨਰੇਸ਼ਨ ਸੀਗੀ, ਸਾਡੇ ਪੇਰੈਂਟਸ ਹੈਗੇ ਨੇ, ਗ੍ਰੈਂਡ ਪੇਰੈਂਟਸ ਹੈਗੇ ਨੇ, ਉਹਨਾਂ ਦੇ ਦੁਆਰਾ ਹੀ ਸਾਡੇ ਤੱਕ ਪਹੁੰਚੀ ਹੈ। ਇਸ ਤਰ੍ਹਾਂ ਜੇਕਰ ਸਾਡੇ ਕਲੋਜ਼ ਰਿਲੇਸ਼ਨ ਸੀਗੇ ਤਾਂ ਉਹ ਸਾਨੂੰ ਅੱਗੇ ਟਰਾਂਸਫਰ ਕਰਦੇ ਆ ਰਹੇ ਨੇ। ਕੁਛ ਸਪੈਸ਼ਲ ਸਕਿੱਲਸ ਹੁੰਦੇ ਨੇ ਕਈ ਫੈਮਲੀਜ਼ ਦੇ ਵਿੱਚ, ਉਹ ਆਪਣੇ ਹੀ ਅਗਲੀ ਜਨਰੇਸ਼ਨ ਨੂੰ ਜਿਹੜਾ ਹੈਗਾ ਦਿੰਦੇ ਆ। ਇਸ ਤੋਂ ਇਲਾਵਾ ਫੈਮਿਲੀ ਫੰਕਸ਼ਨ ਦੇ ਵਿੱਚ ਵੀ ਕਿਨਸ਼ਿਪ ਜਿਹੜੀ ਹੈਗੀ ਹੈ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਜਦੋਂ ਵੀ ਕਿਸੇ ਫੈਮਿਲੀ ਦੇ ਵਿੱਚ, ਕਿਸੇ ਸੁਸਾਇਟੀ ਦੇ ਵਿੱਚ, ਕਿਸੇ ਫੈਮਿਲੀ ਵਿੱਚ ਕੋਈ ਦੁੱਖ ਹੁੰਦਾ ਹੈ ਜਾਂ ਸੁੱਖ ਹੁੰਦਾ ਹੈ, ਤਾਂ ਫੈਮਿਲੀ ਦੇ ਜਿਹੜੇ ਕਲੋਜ਼ ਰਿਲੇਸ਼ਨਸ ਦੇ ਲੋਕ ਹੁੰਦੇ ਨੇ, ਪ੍ਰਾਇਮਰੀ ਰਿਲੇਸ਼ਨ ਦੇ, ਸੈਕੰਡਰੀ ਰਿਲੇਸ਼ਨਸ ਦੇ, ਕਿਨਸ਼ਿਪ ਦੇ ਜਿਹੜੇ ਲੋਕ ਹੋਣਗੇ, ਉਹ ਉਹਨਾਂ ਦੇ ਦੁੱਖ ਵਿੱਚ ਵੀ ਅਤੇ ਸੁੱਖ ਵਿੱਚ ਵੀ ਇੱਕ ਦੂਜੇ ਦੀ ਸਪੋਰਟ ਕਰਦੇ ਨੇ। ਮੈਰਿਜ ਫੰਕਸ਼ਨ ਹੈਗਾ, ਕਿਸੇ ਦੇ ਡੈਥ ਹੋ ਜਾਂਦੀ ਹੈ ਤਾਂ ਇੱਕ ਦੂਜੇ ਨੂੰ ਮੋਰਲ ਸਪੋਰਟ ਜਿਹੜੀ ਮਿਲਦੀ ਹੈ ਉਹ ਕਿਨਸ਼ਿਪ ਦੇ ਬੇਸਿਸ 'ਤੇ ਅਲੱਗ-ਅਲੱਗ ਰਿਸ਼ਤਿਆਂ ਤੋਂ ਹੀ ਮਿਲਦੀ ਹੈ। ਇਸ ਤਰ੍ਹਾਂ ਇਹ ਜਿਹੜੇ ਹੈਗੇ ਇੰਪੋਰਟੈਂਟ ਫੰਕਸ਼ਨ ਜਿਹੜੇ ਹੈਗੇ ਨੇ, ਇੱਕ ਕਿਨਸ਼ਿਪ ਦੇ ਜਿਹੜੀ ਆਪਣਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਇੰਪੋਰਟੈਂਟ ਉਹਦੇ ਫੰਕਸ਼ਨ ਹੈਗੇ ਨੇ ਸੁਸਾਇਟੀ ਦੇ ਵਿੱਚ। ਅਤੇ ਇਸ ਤੋਂ ਇਲਾਵਾ ਗਰੁੱਪਸ ਜਿਹੜੇ ਹੈਗੇ ਨੇ ਉਹ ਬਣਦੇ ਨੇ ਕਿਨਸ਼ਿਪ ਦੇ ਬੇਸਿਸ 'ਤੇ। ਫੋਰਮੇਸ਼ਨ ਆਫ ਸੋਸ਼ਲ ਗਰੁੱਪਸ, ਕਿਨਸ਼ਿਪ ਜਿਹੜੀ ਹੈਗੀ ਹੈ ਸੋਸ਼ਲ ਗਰੁੱਪ ਬਣਾਉਣ ਦੇ ਵਿੱਚ ਇੰਪੋਰਟੈਂਟ ਜਿਹੜਾ ਰੋਲ ਪਲੇ ਕਰਦੀ ਹੈ। ਕਿਨਸ਼ਿਪ ਦੇ ਬੇਸਿਸ 'ਤੇ ਹੀ ਜਿਹੜਾ ਹੈਗਾ ਹੈ ਡਿਫਰੈਂਟ ਗਰੁੱਪਸ ਦੇ ਵਿੱਚ ਅਸੀਂ ਸੁਸਾਇਟੀ ਨੂੰ ਡਿਵਾਈਡ ਕਰ ਦਿੰਦੇ ਹਾਂ। ਜਿਵੇਂ ਪ੍ਰਾਇਮਰੀ ਗਰੁੱਪ ਹੈਗਾ, ਸੈਕੰਡਰੀ ਗਰੁੱਪ ਹੈਗਾ, ਟੈਰੀਟਰੀ ਗਰੁੱਪ ਹੈਗਾ, ਰੈਫਰੈਂਸ ਗਰੁੱਪ ਹੈਗਾ। ਇਹ ਜਦੋਂ ਸਾਡੇ ਕਿਸੇ ਨਾਲ ਜਿਹੜੇ ਸਾਡੇ ਰਿਲੇਟਿਵਸ ਹੈਗੇ ਨੇ, ਸਾਡੇ ਰਿਲੇਸ਼ਨਸ ਹੈਗੇ ਨੇ, ਕਲੋਜ਼ ਰਿਲੇਸ਼ਨਸ ਹੈਗੇ ਨੇ, ਥੋੜ੍ਹੇ ਦੂਰ ਦੇ ਰਿਲੇਸ਼ਨ ਹੈਗੇ ਨੇ, ਉਹਨਾਂ ਦੇ ਬੇਸਿਸ 'ਤੇ ਹੀ ਸੁਸਾਇਟੀ ਨੂੰ ਡਿਫਰੈਂਟ ਸੋਸ਼ਲ ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਅਸੀਂ ਇਹ ਵੀ ਫੈਮਿਲੀ ਤੋਂ ਹੀ ਜਿਹੜਾ ਹੈਗਾ ਸਿੱਖਦੇ ਹਾਂ ਕਿ ਸਾਡਾ ਬਿਹੇਵੀਅਰ ਕਿਸ ਤਰ੍ਹਾਂ ਹੁੰਦਾ ਹੈ, ਸਾਡੀ ਸੋਸ਼ਲਾਈਜੇਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ। ਇੱਕ ਪਰਸਨੈਲਿਟੀ ਜਿਹੜੀ ਡਿਵੈਲਪ ਹੁੰਦੀ ਹੈ ਉਹ ਫੈਮਿਲੀ ਦੇ ਵਿੱਚ ਹੀ ਹੁੰਦੀ ਹੈ, ਕਿਨਸ਼ਿਪ ਦੇ ਬੇਸਿਸ 'ਤੇ ਹੁੰਦੀ ਹੈ। ਅਲੱਗ-ਅਲੱਗ ਰਿਸ਼ਤੇ ਜਿਹੜੇ ਹੈਗੇ ਨੇ, ਅਲੱਗ-ਅਲੱਗ ਕਿਨਸ ਜਿਹੜੇ ਹੈਗੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਸਾਡੇ ਸੋਸ਼ਲ ਰਿਲੇਸ਼ਨਸ ਜਿਹੜੇ ਹੈਗੇ ਨੇ, ਅਲੱਗ-ਅਲੱਗ ਪਰਸਨਸ ਦੇ ਨਾਲ, ਉਹਨਾਂ ਨਾਲ ਕਿਸ ਤਰ੍ਹਾਂ ਦਾ ਬਿਹੇਵ ਕਰਨਾ ਹੈ, ਕਿ ਕਿਵੇਂ ਅਸੀਂ ਵੱਡਿਆਂ ਦੀ ਰਿਸਪੈਕਟ ਕਰਨੀ ਹੈ, ਛੋਟਿਆਂ ਨਾਲ ਜਿਹੜਾ ਹੈਗਾ ਪਿਆਰ ਨਾਲ ਗੱਲ ਕਰਨੀ ਹੈ, ਇਹ ਸਾਰਾ ਅਸੀਂ ਕਿਨਸ਼ਿਪ ਦੇ ਬੇਸਿਸ 'ਤੇ ਫੈਮਿਲੀ ਤੋਂ ਸਿੱਖਦੇ ਹਾਂ। ਇਸ ਤਰ੍ਹਾਂ ਕਿਨਸ਼ਿਪ ਜਿਹੜੀ ਹੈਗੀ ਆ ਇੱਕ ਦੇ ਇੰਪੋਰਟੈਂਟ ਫੰਕਸ਼ਨ ਹੈਗੇ ਨੇ ਸੁਸਾਇਟੀ ਦੇ ਵਿੱਚ। ਸੁਸਾਇਟੀ ਨੂੰ ਗਰੋ ਕਰਨ ਦੇ ਵਿੱਚ ਕਿਨਸ਼ਿਪ ਤੇ ਜਿਹੜਾ ਹੈਗਾ ਆਪਣਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਹੁਣ ਜਦੋਂ ਵੀ ਤੁਸੀਂ ਕੁਐਸਚਨ ਅਟੈਂਪਟ ਕਰਦੇ ਹੋ ਤਾਂ ਉੱਥੇ ਜਿਹੜਾ ਹੈਗਾ ਇੰਟਰੋਡਕਸ਼ਨ ਲਿਖਣੀ ਆ, ਮੀਨਿੰਗ, ਫਿਰ ਉਸ ਤੋਂ ਬਾਅਦ ਉਹਦਾ ਮੇਨ ਜਿਹੜਾ ਹੈਗਾ, ਜੇਕਰ ਉਹਦੀਆਂ ਟਾਈਪਸ ਪੁੱਛੀਆਂ ਨੇ, ਫੰਕਸ਼ਨ ਪੁੱਛੇ ਨੇ, ਉਹ ਲਿਖਣਾ। ਉਸ ਤੋਂ ਲਾਸਟ ਦੇ ਵਿੱਚ ਕਨਕਲੂਜਨ ਜ਼ਰੂਰ ਦੇਣਾ ਤਾਂ ਕਿ ਅੱਛੇ ਨੰਬਰ ਜਿਹੜੇ ਹੈਗੇ ਤੁਹਾਨੂੰ ਆ ਸਕਣ। ਹਾਂਜੀ, ਨੈਕਸਟ ਜਿਹੜਾ ਹੈਗਾ ਜੇਕਰ ਕਿਸੇ ਸਪੈਸ਼ਲ ਟੌਪਿਕ 'ਤੇ ਲੈਕਚਰ ਚਾਹੀਦਾ ਤਾਂ ਕਮੈਂਟ ਕਰਕੇ ਦੱਸ ਦਿਓ। ਨਹੀਂ ਜਿਹੜਾ ਹੈਗਾ ਨੈਕਸਟ ਲੈਕਚਰ ਹੋਏਗਾ ਕਿਸੇ ਇੱਕ ਸਟੂਡੈਂਟ ਦੀ ਡਿਮਾਂਡ 'ਤੇ, ਜਿਹੜਾ ਰਿਲੀਜੀਅਸ ਇੰਸਟੀਟਿਊਸ਼ਨਸ। ਨੈਕਸਟ ਲੈਕਚਰ ਮੈਂ ਜਲਦੀ ਹੀ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੀ। ਰਿਲੀਜੀਅਸ ਇੰਸਟੀਟਿਊਸ਼ਨਸ ਦਾ ਫੰਕਸ਼ਨ ਕੀ ਹੈ, ਮੀਨਿੰਗ ਕੀ ਹੈ, ਡੈਫੀਨੇਸ਼ਨ ਕੀ ਹੈ। ਥੈਂਕ ਯੂ। ਹੈਲੋ ਸਟੂਡੈਂਟਸ, ਸੋਸ਼ੋਲੋਜੀ ਕਲਾਸਿਸ ਇਨ ਪੰਜਾਬੀ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਜਿਹੜਾ ਕੰਸੈਪਟ ਅਸੀਂ ਡਿਸਕਸ ਕਰਾਂਗੇ ਸਿਲੇਬਸ ਦੇ ਅਕੋਰਡਿੰਗਲੀ, ਕਿਨਸ਼ਿਪ ਐਂਡ ਫੰਕਸ਼ਨਸ ਆਫ ਕਿਨਸ਼ਿਪ, ਸਾਕੇਦਾਰੀ ਦੇ ਫੰਕਸ਼ਨ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ